ਵਾਹਿਗੁਰੂ। ਆਹਾ ਵਾਹਿਗੁਰੂ 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 ਵਾਹਿਗੁਰੂ। ਜੁੜੋ ਹਾਂ ਭਲਾ ਜੁੜੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਰਾਜਾਨ ਰਾਜ ਪਾਨ। ਦੇਵਾਨ ਦੇਵ ਉਪਮਾ ਮਹਾਨ। ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਨਾਨਕ ਦੇ ਕਰ। ਅਗੰਮ ਅਗੋਚਰ ਸੱਚ ਸਾਹਿਬ ਮੇਰਾ। ਸੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਤੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਗਰੀਬ ਨਵਾਜ ਦੀ ਦਇਆ ਹੋਈ। ਸਤਿਗੁਰ ਦਰਸ਼ਨ ਧਨ ਹੈ। ਟਿਕੇ ਹੋ ਸਤਿਗੁਰ ਦਰਸ਼ਨ। ਸਤਿਗੁਰੂ ਦੇ ਦੀਦਾਰ ਕਰਨੇ ਧਨ ਨੇ। ਧੰਨ ਧੰਨ ਗੁਰਸਿੱਖ ਪਰਸਨ ਆਇਆ। ਦਰਸ਼ਨ ਪਰਸੀਏ ਪਰਸਨ। ਸਤਿਗੁਰੂ ਦੇ ਦੀਦਾਰ ਤੇ ਧੰਨ ਨੇ। ਉਹ ਗੁਰਸਿੱਖ ਵੀ ਘੱਟ ਨਹੀਂ। ਦਰਸ਼ਨਾਂ ਦੇ ਨਾਲ ਇੱਕ ਵਾਰ ਧੰਨ ਲਾਇਆ ਟਿਕੇ ਉਹ ਸੁਣ ਰਹੇ ਹੋ ਗੁਰੂ ਸਿੱਖੋ। ਮਨ ਦਾ ਇਕਾਗਰਤਾ ਬਣੀ। ਦਰਸ਼ਨ ਜਿੱਥੇ ਗੁਰੂ ਦੇ ਦੀ ਗੱਲ ਕੀਤੀ ਉੱਥੇ ਇੱਕ ਵਾਰ ਧੰਨ ਲਾਇਆ। ਜਿਹੜਾ ਦਰਸ਼ਨ ਕਰਨ ਆਇਆ ਉਹਦੇ ਲਈ 2 ਵਾਰ ਲਾਇਆ। ਸਤਿਗੁਰ ਦਰਸ਼ਨ ਧੰਨ ਹੈ। ਆਪਣੀ ਰਸਨਾ ਤੋਂ ਆਖੋ ਸਤਿਗੁਰੂ ਦੇ ਦੀਦਾਰ ਧੰਨ ਧੰਨ ਗੁਰਸਿੱਖ ਪਰਸਨ ਆਇਆ। ਮੈਂ ਚਾਹੁੰਦਾ ਤੁਸੀਂ ਵਿਚਾਰਾਂ ਦੇ ਪ੍ਰਵਾਹ ਤੋਂ ਰੁਕੋ। ਅੱਜ ਦੇ ਹੁਕਮਨਾਮੇ 'ਚ ਵੀ ਸਰਕਾਰ ਨੇ ਇਹ ਆਖਿਆ ਮੇਰੇ ਵਿਚਾਰਾਂ ਦੇ ਪ੍ਰਵਾਹ ਨੂੰ ਗੁਰੂ ਨੇ ਬੰਨਾ ਲਾਤਾ, ਡੱਕਾ ਲਾਤਾ। ਵਿਚਾਰਾਂ ਦੇ ਪ੍ਰਵਾਹ ਨੂੰ ਬੇਅੰਤ ਬਖਸ਼ਿਸ਼ ਜਿਸ ਸਿੱਖ ਤੇ ਹੋਈ ਆ ਉਹਦੀ ਕਹਾਣੀ ਹੈ ਜਿਹਦੇ ਵਿਚਾਰ ਰੁਕ ਗਏ। ਆਖੋ ਹੈ ਗੁਰੂ ਰੁਕੇ ਨਹੀਂ ਅਜੇ। ਜਿੱਦਣ ਕੋਈ ਰੁਕੇ ਵਾਲਾ ਸੁਣੂਗਾ ਇਹ ਮਹਿਮਾ। ਆਖੋ ਹੈ ਗੁਰੂ। ਤੇ ਉਹਦੇ ਚਿਹਰੇ ਦਾ ਖੇੜਾ ਕੋਈ ਹੋਰ ਹੋਊਗਾ। ਹਾਂ ਇਹ ਕੁਛ ਮੇਰੇ ਨਾਲ ਵਾਪਰ ਗਿਆ ਹੈ। ਉਹ ਆਖੂ ਉਹ ਆਖੂ ਜਿਹਦੇ ਨਾਲ ਇਹ ਸਭ ਕੁਛ। ਪੁੱਤ ਸੁਚੇਤ ਹੋ ਕੇ ਮੇਰੀਆਂ ਬੱਚੀਆਂ। ਪਰਮੇਸ਼ਰ ਦਿੱਤਾ ਬੰਨਾ। ਇਹ ਸੰਪਰਦਾਈ ਲੋਕ ਕਿਸੇ ਬੱਚੇ ਨਾਲ ਜੋੜਦੇ ਨੇ ਇਸ ਪਾਠ ਨੂੰ।
ਪੰਜਵੇਂ ਪਾਤਸ਼ਾਹ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਤਰ ਦਿੱਤਾ ਸਾਨੂੰ, ਇਤਨਾ ਹੀ। ਵੇਖੋ ਕਿੰਨਾ ਅਨਰਥ ਆ ਗੁਰਬਾਣੀ ਨਾਲ। ਇੱਕ ਪੁੱਤ ਲਈ ਥੋੜ੍ਹਾ ਕੋਈ ਸ਼ਬਦ ਉਚਾਰਿਆ ਹੈ, ਆਖੋ ਵਾਹਿਗੁਰੂ। ਇਹ ਤੇ ਕਿਹਾ ਸੰਤੋ ਸੁਖ ਹੋਆ ਸਭ ਥਾਈ, ਸਾਰੀ ਜਗ੍ਹਾ ਤੇ ਹੁਣ ਸੁੱਖ ਹੀ ਸੁੱਖ ਆ, ਕਿਉਂਕਿ ਦੁਖੀ ਮੈਂ ਵਿਚਾਰਾਂ ਕਰਕੇ ਸਾਂ। ਵਿਚਾਰ ਮਾੜੇ ਸੀ ਤੇ ਦੁਖੀ, ਵਿਚਾਰ ਚੰਗੇ ਆ ਗਏ ਤੇ ਸੁਖੀ। ਗੁਰੂ ਸਾਹਿਬ ਜੀ ਅੱਜ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਿੱਤਾ ਨਾ ਛੇੜੋ ਨਾ ਪੁੱਤਣ, ਨਾ ਨਾ ਜਿੰਨਾ ਚਿਰ ਦਾਸ ਕਵੇ ਨਾ ਉਹਨਾਂ ਚਿਰ। ਪਰਮੇਸ਼ਰ ਦਿੱਤਾ ਬੰਨਾ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਤੁਹਾਨੂੰ ਉਤਰਨਾ ਪੈਣਾ ਹੈ ਖੁਦ। ਕਿਸੇ ਦਾ ਟੀਕਾ ਤੁਸੀਂ ਲਾ ਲਓ, ਉਹਦੇ 'ਚ ਪਤਾ ਨਹੀਂ ਕੀ ਭਰਿਆ। ਆਖੋ ਵਾਹਿਗੁਰੂ। ਪਤਾ ਲੱਗਿਆ ਪੁੱਤ? ਕਿਸੇ ਦਾ ਪੜ੍ਹਿਆ ਹੋਇਆ ਲਿਖਿਆ ਹੋਇਆ ਟੀਕਾ ਤੁਸੀਂ ਪੜ੍ਹ ਕੇ ਆਪਣੇ ਆਪ ਨੂੰ ਕੀ ਡੋਜ਼ ਦਿਓਗੇ? ਕੀ ਪਤਾ ਉਸ ਟੀਕੇ 'ਚ ਕੀ ਆ। ਆਹ ਤੁਹਾਡੇ ਸਾਹਮਣੇ ਟੀਕੇ ਲੱਗੇ ਕਰੋਨਾ ਦੇ, ਆਖੋ ਵਾਹਿਗੁਰੂ। ਲੱਗੇ। ਬਹੁਤ ਲੋਕ ਕਹਿੰਦੇ ਵੀ ਸਾਈਡ ਇਫੈਕਟ ਹੋ ਗਿਆ, ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਉਹਨਾਂ ਟੀਕਿਆਂ ਵਿੱਚੋਂ। ਅਤੇ ਮੈਂ ਸੋਚਦਾ ਸਾਂ ਅੰਮ੍ਰਿਤ ਵੇਲੇ ਸਾਡੀ ਕੌਮ ਨੂੰ ਵੀ ਕਿਸੇ ਨੂੰ ਕੋਈ ਬਿਮਾਰੀ ਹੋ ਗਈ, ਇਹਨੇ ਫਰੀਦਕੋਟੀਆਂ ਦਾ ਟੀਕਾ ਪੜ੍ਹਿਆ, ਇਹਨੇ ਜੀਂਦ ਵਾਲਿਆਂ ਦਾ ਟੀਕਾ ਪੜ੍ਹਿਆ ਹੈ, ਇਹਨੇ ਫਲਾਣੇ ਦਾ ਟੀਕਾ, ਇਹਨੇ ਢੀਂਗੜੇ ਦਾ ਟੀਕਾ ਪੜ੍ਹਿਆ। ਸੱਚੀ ਮੁੱਚੀ ਮੱਤ ਵੀ ਵੰਡੀ ਗਈ। ਜੇ ਕਿਤੇ ਰੂਹਾਂ ਆਪਣੀ ਕਮਾਈ ਆਪ ਕਰਕੇ ਬਾਣੀ ਬਾਰੇ ਵਿਚਾਰ ਕਰਦੀਆਂ ਅਤੇ ਸੱਚਮੁੱਚੀ ਟਿਕਾਣਾ ਇੱਕ ਆ ਬਾਣੀ, ਇੱਕ ਗੁਰ ਅਤੇ ਇੱਕੋ। ਫਿਰ ਸਾਰੀ ਕੌਮ ਇੱਕ ਜਗ੍ਹਾ 'ਤੇ ਸਿਰ ਦੇਣ ਨੂੰ ਲੈਣਾ ਲਾ ਲੈਂਦੀ। ਪਤਾ ਲੱਗ ਰਿਹਾ ਜੀ? ਸਿਰ ਦੇਣ ਨੂੰ। ਹੁਣ ਕੋਈ ਕਹਿੰਦਾ ਮੇਰਾ ਇੰਨੇ ਕੁ 'ਚ ਹੀ ਸਰਦਾ ਹੈ, ਮੇਰਾ ਵੀ ਮੈਂ ਜੋਤ ਜਗਾ ਲਈ ਹੈ ਦੇਸੀ ਘਿਓ ਦੀ, ਮੇਰਾ ਸਰਦਾ ਹੈ, ਮੈਂ ਆਹ ਕੁਝ ਕਰ ਲਿਆ, ਮੇਰਾ ਸਰਦਾ ਹੈ। ਜੇ ਕਿਤੇ ਬਾਣੀ ਦੀ ਵਿਚਾਰ ਇੱਕ ਹੁੰਦੀ ਹੈ ਅਤੇ ਸਾਰੀ ਕੌਮ ਵੀ ਬੋਲਿਆ ਕਰੋ ਇੱਕ ਹੁੰਦੀ। ਜਿਹੜਾ ਕੋਈ ਪੰਥ ਦਾ ਦਰਦੀ ਰੋਂਦਾ ਹੈ, ਉਹਦੀ ਵਰਡਿੰਗ ਇਹ ਹੁੰਦੀ ਕਦੀ ਪੰਥ ਇੱਕ ਹੋਊਗਾ। ਆਖੋ ਵਾਹਿਗੁਰੂ। ਅਤੇ ਕੀ ਜਵਾਬ ਦੇਵੇ ਉਹਨੂੰ? ਮੇਨ ਨੁਕਸ ਕਿੱਥੇ ਪਿਆ ਹੈ? ਵਾਹਿਗੁਰੂ 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 ਵਾਹਿ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨੇ ਕੀ ਅਸੀਸ ਦਿੱਤੀ? ਜਿਹੜਾ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਸੀ ਉਹਨੂੰ ਬੰਨ੍ਹ ਪਾਤਾ। ਜਿੱਦਣ ਵਿਚਾਰ ਰੁਕੇ ਦੁੱਖ ਰੋਗ ਕਾ ਡੇਰਾ। ਜਿੰਨੀਆਂ ਬਿਮਾਰੀਆਂ ਨੇ ਵਿਚਾਰ ਤੋਂ ਉੱਠੀਆਂ, ਵਿਚਾਰ ਤੋਂ ਉੱਠੀਆਂ। ਹਰ ਰੋਗ ਤੁਹਾਡੇ ਅਤੇ ਮੇਰੇ ਅੰਦਰ ਪਲਿਆ ਵਿਚਾਰਾਂ ਤੋਂ। ਸਰਕਾਰ ਨੇ ਤਾਂ ਇੱਥੋਂ ਤੱਕ ਵੀ ਕਿਹਾ ਵਿਚਾਰ ਮਾਰੇ। ਬੋਲੋ ਭਲਾ ਉੱਚੀ, ਇਹਨੂੰ ਸਮਝ ਕੇ। ਇੱਕ ਹੁੰਦਾ ਰਿਪੀਟ ਕਰਨਾ ਵੀ ਖਾਲਸਾ ਜੀ ਨੇ ਕਿਹਾ ਸੀ ਮਗਰ ਬੋਲਣਾ, ਮਗਰ ਉਹਦਾ ਪਤਾ ਨਹੀਂ ਅਸੀਂ ਬੋਲਿਆ ਕੀ। ਜ਼ਿੰਦਗੀ ਦੇ ਸਵਾਸਾਂ ਦਾ ਕੱਲ੍ਹ ਵੀ ਕਿਹਾ ਸੀ, ਪਤਾ ਨਹੀਂ ਇਹ ਡੋਰੀ ਕਦੋਂ ਟੁੱਟ ਜਾਵੇ। ਤਿਆਰ ਰਿਹਾ ਕਰੋ, ਤਿਆਰ ਰਿਹਾ ਕਰੋ। ਉਦਣ ਵੀ ਰੋਣਾ ਸ਼ੁਰੂ ਕਰ ਦੇਣਾ, ਹਾਏ ਮੈਨੂੰ ਮੌਤ ਆ ਚੱਲੀ। ਮੌਤ ਤੇ ਕਿੰਨੀ ਮੁਬਾਰਕ ਘੜੀ ਆ, ਭਾਗਾਂ ਵਾਲਿਆਂ ਨੂੰ ਮਿਲਦੀ। ਮਗਰ ਉਹ ਮੌਤ ਜਿਹੜੀ ਤਿਆਰੀ 'ਚ ਹੋਵੇ। ਅਚੇਤਨਤਾ ਵਿੱਚ ਕੋਈ ਕੁੰਡਾ ਖੜਕਾਊਗਾ ਅਤੇ ਆਪਣੇ ਨੇ ਵੀ ਖੜਕਾਇਆ ਅਤੇ ਬੰਦਾ ਡਰਦਾ ਹੈ। ਨਹੀਂ, ਕੋਈ ਆਪਣਾ ਬੱਚਾ ਵੀ ਆਣ ਕੇ ਕੁੰਡਾ ਖੜਕਾ ਦੇ ਅਤੇ ਇਨਸਾਨ ਡਰਦਾ ਹੈ। ਮਾਤਮ ਕੋ ਸਿੱਧਿਓ। ਆਖੋ ਵਾਹਿਗੁਰੂ। ਤੁਹਾਨੂੰ ਕਿਹਾ, ਤੁਹਾਨੂੰ ਹੀ, ਤੁਹਾਨੂੰ। ਹਾਂ ਐਂ ਤੁਸੀਂ ਸਮਝਿਆ ਮੈਂ ਕੀ ਕਿਹਾ? ਆਪਣਾ ਵੀ ਕੋਈ ਕੁੰਡਾ ਖੜਕਾਵੇ, ਪਤਾ ਨਹੀਂ ਕੌਣ ਆ ਗਿਆ।
ਜਦੋਂ ਤੁਸੀਂ ਹਾਜ਼ਰ ਨਾਜ਼ਰ ਹੋ, ਕੌਣ ਤੇ ਹੈ ਹੀ ਨਹੀਂ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਸਭ ਕੁਛ। ਕਿਸੇ ਨੇ ਤੇ ਆਉਣਾ ਹੀ ਨਹੀਂ, ਆਉਣਾ ਤੇ ਉਹਨੇ ਹੀ ਆ। ਤੁਸੀਂ ਤਿਆਰ ਰਹੋ। ਮੌਤ ਇੱਕ ਬੜੀ ਮੁਬਾਰਕ ਘੜੀ ਹੈ, ਜੇ ਹਾਜ਼ਰ ਹੋਵੇ ਬੰਦਾ ਤੇ ਹਾਜ਼ਰ ਹੋਊ ਤੇ ਵਾਹਿਗੁਰੂ ਬੋਲਦਾ ਹੋਊ। ਆਖੋ ਵਾਹਿਗੁਰੂ। ਹਾਜ਼ਰ ਹੋਊ ਤੇ ਵਾਹਿਗੁਰੂ ਬੋਲਦਾ ਹੋਊ, ਤੇ ਸੁਣ ਕੇ ਜੰਮ ਕੇ ਦੂਤ ਜਦੋਂ ਤੇਰੇ ਮੂੰਹ ਚੋਂ ਵਾਹਿਗੁਰੂ 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 ਦੀ ਧੁਨੀ ਆਉਣ ਡਈ ਹੋ, ਤੇ ਵੇਖ ਸੱਜਣਾ, ਇੱਕ ਤੇ ਗਰੰਟੀ ਆ ਵੀ ਜਮਾਂ ਦੇ ਦੂਤ ਨਹੀਂ ਆਉਣਗੇ। ਆਪ ਆਊਗਾ, ਗਲ ਨਾਲ ਲਾ ਕੇ ਲੈ ਜਾਓ। ਚੋਰ ਨਹੀਂ ਆਉਣਗੇ। ਵਿਚਾਰ ਮਾਰੇ, ਬੜੀ ਦ੍ਰਿੜਤਾ ਨਾਲ ਵਿਚਾਰ। ਪਹਿਲੋਂ ਤਾਂ ਲਿਖਿਆ ਤਰੇ, ਜਿਹੜਾ ਵਿਚਾਰ ਮਾਰ ਜਾਂਦਾ ਹੈ ਆਪਣੇ। ਔਖੀ ਹੈ ਇਹ ਕਹਾਣੀ, ਸੁਣ ਲਓ, ਕਦੀ ਦਿਲ ਕਰੇ ਵੀ ਰੋਕੀਏ ਇਹਨਾਂ ਨੂੰ। ਪੌਣ ਮਾਰ ਮਨ ਜਪ ਕਰੇ, ਕਦੀ ਇਹਨੂੰ ਰੋਕੀਏ ਵਿਚਾਰਾਂ ਨੂੰ। ਹਾਂ, ਸੁਣੋਗੇ ਤੇ ਫੇਰ ਹੀ ਕਦੀ ਚਾਅ ਉੱਠੂਗਾ ਨਾ ਵੀ ਚਲੋ ਹਾਂ, ਬਾਹਰ ਦੇ ਝਮੇਲਿਆਂ ਤੋਂ ਥੋੜ੍ਹਾ ਜਿਹਾ ਸਮੇਟ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਬਹੀਏ ਜਦੋਂ ਕੋਈ ਵਿਚਾਰ ਨਾ ਹੋਵੇ। ਇੱਥੇ ਨਹੀਂ ਐਨਰਜੀ ਲੱਗ ਰਹੀ, ਨਹੀਂ ਨਾ ਲੱਗ ਰਹੀ, ਬੋਲੋ। ਵਿਚਾਰਾਂ ਦਾ ਪ੍ਰਵਾਹ ਸਗੋਂ ਵੱਧਦਾ ਜਾ ਰਿਹਾ। ਵਿਚਾਰ ਮਾਰੇ ਤਰੇ, ਪਹਿਲੋਂ ਲਿਖਿਆ ਤਰੇ, ਜਿਹਦੇ ਵਿਚਾਰ ਮਰ ਗਏ ਉਹ ਆਪ ਤਰ ਗਿਆ। ਫਿਰ ਤਾਰੇ, ਪਤਾ ਨਹੀਂ ਕਿੰਨਿਆਂ ਨੂੰ ਤਾਰ ਦਿੰਦਾ, ਮਗਰ ਕੌਣ? ਇੱਥੇ ਵੀ ਮੇਰਾ ਬਾਬਾ ਅੱਜ ਦੇ ਹੁਕਮਨਾਮੇ 'ਚ ਕਹਿੰਦਾ ਹੈ, ਪਰਮੇਸ਼ਰ ਦਿੱਤਾ ਬੰਨਾ, ਬੰਨਾ 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 ਲਾਤਾ, ਡੱਕਾ ਲਾਤਾ। ਕਿਹਨੂੰ? ਇੱਕ ਵਾਰ 'ਚ ਕਹੋ ਸਾਰੇ। ਗੁਰੂ ਨੇ, ਸਮਰੱਥ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਡੱਕਾ ਮਾਰਤਾ, ਬੰਨ ਬਾਤਾ। ਦੁੱਖ ਰੋਗ ਕਾ ਉਸ ਦਿਨ ਤੋਂ ਹੀ ਅੰਦਰ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਕੋਈ ਇੱਧਰ ਨਹੀਂ ਰੋਂਦੀ, ਕੋਈ ਇੱਧਰ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ। ਹੁਣ ਉਦਣ ਤੋਂ ਬਿਆਨ ਲੈ ਜਾ ਕੇ, ਜਿਹਦੇ ਵਿਚਾਰ ਮਰੇ ਸੀ ਨਾ, ਆਖੋ ਵਾਹਿਗੁਰੂ, ਜਿਹਦੇ ਉਹਦੇ ਕੋਲੋਂ ਬਿਆਨ ਲੈ ਜਾ ਕੇ ਵੀ ਹੁਣ ਕਿਸ ਤਰ੍ਹਾਂ ਦੀ ਅਵਸਥਾ ਹੈ। ਕਹਿੰਦੇ ਸੰਤੋ ਸੁਖ ਹੋਆ ਸਭ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ। ਸਾਰੀਆਂ ਜਗ੍ਹਾ 'ਤੇ ਪਰਮੇਸ਼ਰ ਅੱਜ ਦਿਸਿਆ ਹੈ। ਜਦੋਂ ਬੱਚਾ ਵੇਖੋ ਸਾਹਮਣੇ ਰੱਬ ਤੁਰਿਆ ਆਉਂਦਾ ਸੀ, ਆਖੋ ਵਾਹਿਗੁਰੂ। ਸਾਹਮਣੇ ਵਿਚਾਰ ਨੇ ਆਖਿਆ ਮਨਦੀਪ ਸਿੰਘ ਆ, ਵਿਚਾਰ ਨਹੀਂ ਸੀ ਤੇ ਜੋ ਦਿਸੇ ਸੋ ਤੇਰਾ ਰੂਪ। ਪਕੜ ਰਹੇ ਹੋ? ਔਖਾ ਜੇ। ਅੱਛਾ, ਵੇਖੋ ਚੰਗੀ ਤਰ੍ਹਾਂ ਸੁਣੋ। ਸਾਹਮਣੇ ਮਨਦੀਪ ਸਿੰਘ ਤੁਰਿਆ ਆਉਂਦਾ ਸੀ, ਬਲਕਾਰ ਸਿੰਘ ਤੁਰਿਆ ਆਉਂਦਾ ਸੀ। ਵਿਚਾਰ ਨਹੀਂ, ਇਹ ਤੈਨੂੰ ਵਿਚਾਰ ਨੇ ਕਿਹਾ ਵੀ ਬਲਕਾਰ ਸਿੰਘ ਆ, ਨਹੀਂ ਤੇ ਰੱਬ ਸੀ ਜੋ ਦਿਸੇ। ਵਿਚਾਰ ਨੇ ਚੰਗੀ ਭਲੀ ਸਹੀ ਖਬਰ ਨੂੰ ਗਲਤ ਖਬਰ ਦੇ ਦਿੱਤਾ। ਜਿਨ੍ਹਾਂ ਦੇ ਵਿਚਾਰ ਮਰੇ ਉਹਨਾਂ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ। ਇੰਨਾ ਦ੍ਰਿੜਤਾ ਨਾ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ, ਸਾਰੀ ਜਗ੍ਹਾ 'ਤੇ ਉਹ ਹੈ। ਇਹਨਾਂ ਗੱਲਾਂ ਨੂੰ, ਇਹਨਾਂ ਸ਼ਬਦਾਂ ਨੂੰ ਮੇਰਿਓ ਵੀਰੋ ਗੁਰਸਿੱਖੋ, ਛੇਤੀ ਤੋਂ ਛੇਤੀ ਸੰਭਾਲ ਲਓ। ਇੱਕ ਸ਼ਬਦ ਦੀ ਵਿਚਾਰ ਤੁਹਾਡੇ ਸਾਰੇ ਜਨਮ ਨੂੰ ਸਫਲ ਕਰ ਸਕਦੀ। ਜੇ ਇੱਕ ਸ਼ਬਦ ਦੀ ਵਿਚਾਰ ਤੁਹਾਨੂੰ ਆ ਜਾਏ ਤੇ, ਨਹੀਂ ਤੇ ਪੜ੍ਹ ਪੜ੍ਹ ਗੱਡੀ ਲੱਦੀਏ। ਕਿਆ ਪੜ੍ਹੀਏ, ਕਿਆ ਗੁਨੀਏ, ਪੜ੍ਹ ਕੇ ਗੁੜ ਜਾਣਾ। ਉਹਨੂੰ ਵੀ ਗੁਰੂ ਨੇ ਕਿਹਾ ਕਿਆ, ਕੀ ਹੋਇਆ ਤੇਰੇ ਪੜ੍ਹੀਆਂ ਗੱਲਾਂ ਨੂੰ, ਕੀ ਹੋਇਆ ਪੜ੍ਹਿਆ ਨੂੰ। ਫਿਰ ਵਿਦਵਤਾ ਵਿੱਚ ਲਿਆ ਕੇ ਸਿਆਣਾ ਹੋ ਜਿਹਨੂੰ। ਯੂਨੀਵਰਸਿਟੀਆਂ ਦੇ ਇੰਨੇ ਪ੍ਰੋਫੈਸਰ ਬੈਠੇ ਨੇ, ਇਹ ਸਾਰੇ ਤਰ ਗਏ। ਆਖੋ ਵਾਹਿਗੁਰੂ। ਕਿਆ ਪੜ੍ਹੀਏ, ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ।
ਇੱਥੋਂ ਤੱਕ ਪਤਾ ਲੱਗ ਗਿਆ ਕਿ ਆ ਵੇਦ ਪੁਰਾਣਾ ਅੱਗੇ। ਇਹ ਆਪਣੇ ਆਪ ਨੂੰ ਪੁੱਛੋ, ਹਾਂ ਆਪਣੇ ਆਪ ਨੂੰ ਪੁੱਛੋ ਵੀ ਰਣਜੀਤ ਕੌਰ ਇੰਨੇ ਚਿਰ ਦੀ ਪੜ੍ਹਦੀ ਹੈ, ਇੰਨੇ ਚਿਰ ਦੀ ਗੁਰਦੁਆਰੇ ਆਣ ਕੇ ਬਾਣੀ ਸੁਣਦੀ ਹੈ, ਕੀ ਹੋਇਆ? ਕੋਈ ਚੇਂਜਿੰਗ ਆਈ? ਕੋਈ ਚੇਂਜ ਆਈ ਮੇਰੀ ਜ਼ਿੰਦਗੀ 'ਚ? ਸੱਜਣਾ ਉੱਥੇ ਸੱਚੇ ਹੀ ਸੱਚ ਨਿਬੜੇ, ਉੱਥੇ ਸਿਰ ਲਾਉਣ ਦੀ ਕਹਾਣੀ ਨਹੀਂ ਹੋ। ਉੱਥੇ ਇਸ ਤਰ੍ਹਾਂ ਨਹੀਂ ਹੋ ਵੀ ਤੂੰ ਐਂ ਕਰਨਾ ਸਿੱਖ ਲਿਆ ਤੇ ਕਹਿ ਅੱਛਾ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਸ ਕਰ ਦੇਣਾ। ਇਹ ਬੜਾ ਸੱਚ ਕੋਰਾ, ਇਹਨੂੰ ਸੁਣੋ। ਸ਼ੁਭ ਅੰਬਲਾਂ ਬਾਝੋਂ, ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਸੱਜਣੋ ਉੱਥੇ ਅੱਖਾਂ 'ਚ ਹੱਥ ਲੈ ਲੈ ਕੇ ਰੋਣਾ ਪੈਣਾ ਹੈ ਵੀ ਹੈ ਮੇਰੀ ਇਹ ਜਿੰਦੇ, ਮੈਂ ਤੇ ਜ਼ਿੰਦਗੀ ਵੈਸੇ ਕੱਢ ਆਈ। ਗੱਲ ਦਾ ਤੇ ਮੈਨੂੰ ਪਤਾ ਹੀ ਨਹੀਂ ਲੱਗਾ। ਆਖੋ ਵਾਹਿਗੁਰੂ। ਵਿਚਾਰ ਮਾਰੇ ਉਲਟ ਜੋਨ ਨਾ ਆਵੇ, ਗਰੰਟੀ ਸਰਟੀਫਿਕੇਟ ਦੇ ਦਿੱਤਾ। ਜਿਹਦੇ ਵਿਚਾਰ ਮਰ ਗਏ ਦੁਬਾਰਾ ਜੋਨ 'ਚ ਨਹੀਂ ਆਉਣਾ। ਵੇਖੋ ਸਰਟੀਫਿਕੇਟ ਮਿਲਿਆ, ਮੈਂ ਨਹੀਂ ਦਿੱਤਾ, ਗੁਰੂ ਨਾਨਕ ਸਾਹਿਬ ਨੇ ਦਿੱਤਾ। ਉਲਟ ਆਪ ਪਾਰਸ, ਆਪ ਪਾਰਸ। ਅੱਗੇ ਪਾਰਸ ਲੱਭਦਾ ਫਿਰਦਾ ਸੀ, ਹੁਣ ਆਪ ਪਾਰਸ ਹੋ ਗਿਆ। ਅੱਗੇ ਧਿਆਨੀਆਂ ਨੂੰ ਲੱਭਦਾ ਫਿਰਦਾ ਸੀ, ਵਿਚਾਰ ਮਰ ਗਏ, ਪਰਮ ਧਿਆਨੀ। ਪਤਾ ਲੱਗ ਰਿਹਾ ਜੀ ਗੁਰੂ ਕੇ ਸਿੱਖੋ, ਪਰਮ ਧਿਆਨੀ ਬਣ ਗਿਆ। ਇਹ ਕੁਝ ਨਹੀਂ ਹੋਇਆ ਤੇ ਸਮਝ ਲਓ ਪੜ੍ਹੇ ਸੁਣੇ ਕਿਆ ਹੋਈ। ਤੁਸੀਂ ਕਦੀ ਫੋਲਦੇ ਕਿਉਂ ਨਹੀਂ ਆਪਣੇ ਆਪ ਨੂੰ? ਤੁਸੀਂ ਸੋਚਦੇ ਹੋ ਵੀ ਖਾਲਸਾ ਜੀ ਸੁਣਾ ਰਹੇ, ਅਸੀਂ ਸੁਣ ਕੇ ਚੱਲ ਜਾਣਾ, ਟੋਕਰੀ ਜੀ 'ਚ ਰੋਟੀ ਪਾਉਣ ਦੇ, ਰੁਪਈਏ ਲੈ ਕੇ ਗਾਂਹ ਜਾਣਗੇ। ਨਹੀਂ ਸੱਜਣੋ, ਜ਼ਿੰਦਗੀ ਦੀ ਧਾਰਾ ਬੜੀ ਤੇਜ਼ੀ ਨਾਲ ਚੱਲ ਰਹੀ। ਜੋ ਦਿਨ ਕੱਲ੍ਹ ਸੀ ਉਹ ਅੱਜ ਨਹੀਂ ਹੈਗਾ। ਆਖੋ ਵਾਹਿਗੁਰੂ। ਜੋ ਅੱਜ ਨਹੀਂ ਹੈਗਾ, ਸਭ ਕੁਝ ਬਦਲ ਗਿਆ। ਕੱਲ੍ਹ 2 ਤਰੀਕ ਸੀ, ਅੱਜ 3 ਆ। ਇਹ 3 ਨੇ ਤੇਰੇ ਹੱਥ ਨਹੀਂ ਆਉਣਾ। ਸੱਚ ਮੁੱਚ ਤੂੰ ਗਹਿਰੀ ਅੱਖ ਨਾਲ ਕਦੀ ਨਹੀਂ ਵੇਖਿਆ। ਸਭ ਕੁਛ ਚੇਂਜ ਹੁੰਦੇ ਨੂੰ ਤੂੰ ਗਹਿਰੀ ਅੱਖ ਨਾਲ ਨਹੀਂ ਵੇਖਦਾ। ਨਾ ਤੂੰ ਅੰਦਰੋਂ ਟਿਕਿਓ, ਨਾ ਤੂੰ ਇੰਨਾ ਗਹਿਰਾ ਧਿਆਨ ਦਿੱਤਾ। ਇਹ 3 ਤਰੀਕ ਵੀ ਕੱਲ੍ਹ ਨੂੰ ਬਦਲ ਜਾਣੀ। ਤੂੰ ਕਿੱਥੇ ਖਲੋਤਾ ਹੈ? ਆਖੋ ਵਾਹਿਗੁਰੂ। ਮਹਾਰੁੱਤੀ ਆਵੇ ਵਾਰੋ ਵਾਰ। ਇਹ ਮਹੀਨੇ ਰੁੱਤਾਂ ਵਾਰ ਵਾਰ ਆ ਰਹੀਆਂ। ਮੈਂ ਉਦਣ ਵੀ ਕਿਹਾ ਸੀ, ਇੱਕ ਰੁੱਤ ਐਸੀ ਜਿਹੜੀ ਬਦਲਦੀ ਨਹੀਂ। ਇੱਕ ਸੁਭਾਅ ਐਸਾ ਜਿਹੜਾ, ਉਹ ਸੁਭਾਅ ਲਿਆਉਣ ਲਈ ਪੜ੍ਹੇ ਸੁਣੇ ਕਿਆ ਹੋਈ? ਇੰਨਾ ਪੜ੍ਹਿਆ, ਇੰਨਾ ਸੁਣਿਆ, ਕੋਈ ਚੇਂਜ ਆਈ ਵੀ ਉਹ ਰੁੱਤ ਦਾ ਮਾਲਕ ਬਣ ਜਾਏ। ਜਿਹੜੀ ਰੁੱਤ ਕਦੀ, ਰੁੱਤ ਮੈਨੇ ਸੁਭਾਅ ਲਾ ਲਓ। ਆਖੋ ਵਾਹਿਗੁਰੂ। ਉੱਚੀ ਬੋਲੋ। ਰੁੱਤ ਮੈਨੇ ਸੁਭਾਅ ਲਾ ਲਓ, ਬਦਲਦੀ ਰਹਿੰਦੀ। ਸੁਭਾਅ ਵੀ ਬਦਲਦਾ ਰਹਿੰਦਾ। ਸਾਹਿਬ ਕਹਿੰਦਾ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ, ਅੰਦਰਲੇ ਵਿਚਾਰਾਂ ਨੂੰ ਬੰਨਾ ਪਾਤਾ। ਜਦੋਂ ਤੁਸੀਂ ਇਹ ਸ਼ਬਦ ਪੜ੍ਹਦੇ ਹੋ, ਹਮਰੀ ਗਣਤ ਨਾ ਪੜ੍ਹਦੇ ਹੋ, ਉੱਚੀ ਉੱਚੀ ਬੋਲੋ। ਕਿਸ ਰੂਪ 'ਚ ਪੜ੍ਹਦੇ ਹੋ? ਬੋਲੋ ਗੁਰੂ ਕੇ ਸਿੱਖੋ। ਕੀ ਇਹਦਾ ਅਰਥ ਪੀਂਦੇ ਹੋ? ਆਪ ਜੀ ਨੂੰ ਪੁੱਛਦਾ ਮੈਂ। ਹਾਂਜੀ, ਕੀ ਵੀ ਸਾਡੀ ਗਿਣਤੀ ਨਾ ਕਰੀ? ਤੁਸੀਂ ਕਿਹਾ ਤੇ ਉਹਨੇ ਨਹੀਂ ਕੀਤੀ। ਆਖੋ ਵਾਹਿਗੁਰੂ। ਹਾਜ਼ਰ ਹੋ ਜੀ? ਤੁਸੀਂ ਕਿਹਾ, ਤੁਹਾਡਾ ਬੱਚਾ ਕਹਿੰਦਾ ਹੈ ਆਖੋ ਵਾਹਿਗੁਰੂ ਵੀ ਬਾਪੂ ਜਿੰਨੇ ਮੈਨੂੰ ਪੈਸੇ ਦਿੱਤੇ, ਜਿੰਨੀਆਂ ਮੇਰੇ ਕੋਲ ਗਲਤੀਆਂ ਹੋਈਆਂ ਨੇ ਮੇਰੀਆਂ ਮਾਫ਼ ਕਰਦੀ। ਜੇ ਬੱਚਾ ਨਾ ਕਵੇ ਤਾਂ ਤੁਸੀਂ ਨਹੀਂ ਮਾਫ਼ ਕਰਦੇ। ਬਾਪ ਦਾ ਇੱਕ ਸੁਭਾਅ ਹੈ। ਬਾਪ ਦਾ ਸਾਰਾ ਦਿਨ ਬੱਚੇ ਦੀਆਂ ਗਲਤੀਆਂ ਵੇਂਦਾ ਰਿਹਾ, ਰਾਤ ਨੂੰ ਫਿਰ ਰਜਾਈ 'ਚ ਵਾੜ ਲਿਆ। ਆ ਜਾ ਪੁੱਤ ਠੰਡ ਨਾ ਲੱਗ ਜੇ। ਆਖਿਆ ਜੇ ਤੇ ਪਕੜ ਰਹੇ ਹੋ ਤਾਂ ਪਕੜ ਰਹੇ ਹੋ। ਰਾਤ ਨੂੰ ਦਿਨੇ ਕਹਿੰਦਾ ਰਿਹਾ ਓਏ ਤੂੰ ਬੜੀਆਂ ਗਲਤੀਆਂ ਕਰਦਾ ਹੈ। ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸਿੱਖ ਦੀਆਂ ਸਾਰੀਆਂ ਗਲਤੀਆਂ ਵੇਖਦੇ, ਮਗਰ ਪਿਓ ਵਾਲਾ ਸੁਭਾਅ ਆ। ਉਹਦਾ ਇੱਕ ਸੁਭਾਅ ਹੈ, ਉਹ ਕਿਸੇ ਦੇ ਗੁਨਾਹ ਚਿਤਾਰਦਾ ਹੀ ਨਹੀਂ। ਇਹ ਕੀ ਪੜ੍ਹਦੇ ਹੋ? ਔਗਣ ਕੋ ਨਾ ਚਿਤਾਰਦਾ। ਬੋਲੋ ਭਲਾ। ਇਹਦਾ ਅਰਥ ਨਹੀਂ ਕਦੀ ਪੀਤਾ, ਅਰਥ ਨਹੀਂ ਕਦੀ ਪੀਤਾ।
कि वैसे ही साडा तां उत्ते 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 भुंडी वांगू उड्डदे ही रहना है। सारे फसल के उत्ते भुंडी ऐ करदी उड्डदी रहिंदी, असीं सारा दिन पाठ करते रहने। भुंडी नूं रस आजू, मक्खी फुल्लां दे उत्ते उड्डदी रहे, उहदा मूँह मिठा हो जू। बोलो गुरु के सिखो, की करना पैना? ਉਹਦੇ ਉੱਤੇ ਬਹਿਣਾ ਪੈਣਾ ਹੈ, ਉਹਦਾ ਰਸ ਤਾਂ ਹੀ ਕਿਸੇ ਨੂੰ ਦੇ ਸਕੋਗੇ, ਤਾਂ ਹੀ ਕਿਸੇ ਨੂੰ ਸੁਣਾ ਸਕੋਗੇ ਉਹ ਗੱਲ। ਕਿਉਂ ਸਾਡੇ ਸਿਰ ਇੰਨੇ ਸੁੰਨ ਹੋ ਗਏ, ਖੋਪਰੀਆਂ ਸਾਡੀਆਂ ਇੰਨੀਆਂ ਸੁੰਨ ਹੋ ਗਈਆਂ। ਕੋਈ ਸਾਨੂੰ ਕਹਿੰਦਾ ਕੋਈ ਸੁਣਾ ਗੁਰਬਾਣੀ ਦੀ ਗੱਲ, ਭਾਜੀ ਮੈਂ ਕੋਈ ਕਥਾਵਾਚਕ ਥੋੜ੍ਹਾ, ਇਹ ਕੇਵਲ ਕਥਾਵਾਚਕਾਂ ਲਈ ਹੈ ਬਾਣੀ। ਆਖੋ ਵਾਹਿਗੁਰੂ। ਇਸ ਕਰਕੇ ਤੁਹਾਨੂੰ ਕੋਈ ਵੀ ਸ਼ਬਦ ਬਾਰੇ ਸੁਣਾ ਜਾਏ, ਹੁਣ ਜੀ ਕੋਈ ਬਲਕਾਰ ਸਿੰਘ ਨੇ ਮੈਨੂੰ ਦੱਸਿਆ ਵੀ ਹਾਂ ਇਸ ਤਰ੍ਹਾਂ ਇਹ ਕਹਿੰਦੇ ਨੇ, ਸੰਪਰਦਾਈ ਅਰਥ ਕਰਦੇ ਪਰਮੇਸ਼ਰ ਦਿੱਤਾ ਬੰਨਾ, ਵੀ ਪੁੱਤ ਹੋਇਆ ਸੀ ਕਿਸੇ ਦੇ ਘਰ ਤਾਂ ਲਿਖਿਆ। ਦੂਸਰੇ ਸ਼ਬਦ ਦਾ ਕੀ ਕਰੋਗੇ? ਇੱਕ ਸ਼ਬਦ ਦਾ ਬਣਾ ਲਓ ਵੀ ਬੰਨਾ ਦਿੱਤਾ ਜੀ, ਮੈਨੂੰ ਪੁੱਤਰ ਦਿੱਤਾ। ਦੂਸਰਾ ਸੰਤੋ ਸੁਖ ਹੋਆ ਸਭ ਥਾਈ, ਇੱਕ ਪੁੱਤ ਦੇ ਆਉਣ ਨਾਲ, ਬੋਲੋ, ਇੱਕ ਪੁੱਤ ਦੇ ਆਉਣ ਨਾਲ ਸਾਰੇ ਥਾਂ ਸੁੱਖ ਹੋ ਗਏ। ਸ਼ਬਦ ਕੋਈ ਹੋਰ ਹੈ, ਅਰਥ ਕੋਈ ਹੋਰ ਹੈ। ਹਮਰੀ ਗਣਤ ਨਾ ਗਣੀਆਂ ਕਾਈ ਦਾ ਅਰਥ ਇਹ ਆ ਮੇਰੀਓ ਧੀਓ, ਮੇਰਿਓ ਵੀਰੋ ਗੁਰਸਿੱਖੋ, ਵੀ ਉਸ ਰੱਬ ਦੀ ਮਹਿਮਾ ਕਰ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ, ਵੀ ਸਾਡੇ ਜੀਆਂ ਦੇ ਗੁਨਾਹਾਂ ਦੀ ਕੋਈ ਗਿਣਤੀ ਕਰਦਾ ਹੀ ਨਹੀਂ। ਉਹ ਅਸੀਂ ਨਹੀਂ ਕਹਿ ਰਹੇ ਵੀ ਸਾਡੀ ਨਾ ਕਰੀ, ਅਸੀਂ ਰਿਮਾਈਂਡ ਕਰਾਇਆ ਫਿਰ ਤੇ ਰੱਬ ਵੀ ਭੁੱਲਦਾ ਹੈ, ਨਹੀਂ ਪਤਾ ਲੱਗਦਾ। ਅਸੀਂ ਰਿਮਾਈਂਡ ਕਰਾਇਆ ਵੀ ਮਹਾਰਾਜ ਸਾਡੇ ਗੁਨਾਹਾਂ ਦੀ ਗਿਣਤੀ ਨਾ ਕਰਿਓ, ਫਿਰ ਤੇ ਅਸੀਂ ਕਿਹਾ। ਔਖੀ ਘੜੀ ਨਾ ਦੇਖਣ ਦੇਈ, ਦੇਈ ਨਹੀਂ ਗਾ ਦੇਈ, ਇਹ ਸਾਰਾ ਕੁਝ ਤੁਹਾਨੂੰ ਵਿੱਚੋਂ ਪੀਣਾ ਪੈਣਾ ਹੈ। ਦੇਈ ਅਤੇ ਦੇਈ ਵਿੱਚ ਕਿੰਨਾ ਫਰਕ ਪੈ ਗਿਆ। ਦੇਈ ਅਸੀਂ ਆਖਿਆ ਵੀ ਸਤਿਗੁਰੂ ਅਸੀਂ ਵਿਪਤਾ 'ਚ ਫਸ ਗਏ, ਸਾਨੂੰ ਬਚਾਇਓ। ਫਿਰ ਪਿਓ ਦਾ ਸੁਭਾਅ ਕੀ ਆ? ਬੱਚਾ ਕਿਤੇ ਫਸ ਜਾਏ, ਬੱਚਾ ਨਹੀਂ ਵੀ ਟੈਲੀਫੋਨ ਕਰਦਾ, ਬਾਪੂ ਮੈਂ ਫਲਾਣੇ ਨਾਕੇ 'ਤੇ ਫੜਿਆ ਗਿਆ, ਮੇਰੇ ਕੋਲ ਗਲਤੀ ਹੋ ਗਈ ਆ, ਅਤੇ ਪਿਓ ਭੱਜਾ ਜਾਂਦਾ, ਕਿਉਂਕਿ ਪਿਓ ਦਾ ਸੁਭਾਅ ਹੈ। ਪਿਓ ਦਾ ਪੁੱਤ ਦੇ ਪਿੱਛੇ ਜਾਣਾ। ਇੱਥੇ ਵੀ ਕਹਿਣਾ ਚਾਹੁੰਦੇ ਔਖੀ ਘੜੀ ਨਾ ਦੇਖਣ ਦੇਈ, ਦੇਈ ਨਹੀਂ, ਦੇਈ ਬਣਾਤਾ ਹੈ ਤੁਹਾਨੂੰ, ਵੀ ਤੁਸੀਂ ਕਹੋ ਦੇਈ। ਔਖੀ ਘੜੀ ਆਪਣੇ ਸੇਵਕ ਨੂੰ ਦੇਖਣ ਦਿੰਦਾ ਹੀ ਨਹੀਂ। ਹੁਣ ਪਤਾ ਲੱਗਿਆ? ਆਖੋ ਵਾਹਿਗੁਰੂ। ਉੱਥੇ ਵੀ ਹਮਰੀ ਗਣਤ ਨਾ ਗਣੀਆਂ, ਉਹ ਸਾਡੀਆਂ ਗੁਨਾਹਾਂ ਦੀ ਗਿਣਤੀ ਕਰਦਾ ਹੀ ਨਹੀਂ। ਆਪਣਾ ਬਿਰਦ, ਬਿਰਦ ਬੱਬੇ ਦੇ ਸਿਹਾਰੀ, ਰਾਰਾ ਅਤੇ ਦੱਦੇ ਦੇ ਔਂਕੜ, ਇਹਦਾ ਅਰਥ ਹੋਰ ਹੈ। ਧੱਦਾ ਲੱਗ ਜਾਏ ਦੱਦੀ ਦੀ ਜਗ੍ਹਾ 'ਤੇ, ਉਹਦਾ ਅਰਥ ਹੋਰ ਹੈ। ਇਹ ਤੁਸੀਂ ਕਮਾਈ ਆਪਣੀ ਰੂਹ ਦੀ ਕਦੋਂ ਕਰਾਓਗੇ? ਕਦੋਂ ਜਾਗੂਗਾ ਮੇਰਾ ਪੰਥ? ਇੱਕ ਵਿਚਾਰ ਹੋਊਗੀ, ਇੱਕ ਸ਼ਬਦ ਹੋਊਗਾ। ਆਖੋ ਵਾਹਿਗੁਰੂ। ਸਾਰਿਆਂ ਦੀ ਬਿਰਤੀ ਵੀ। ਇੱਕ ਗੁਰਦੁਆਰੇ ਝਗੜਾ ਪੈ ਗਿਆ, ਇੱਕ ਵਿਦਵਾਨ ਉੱਥੇ ਕਥਾ ਕੀਰਤਨ ਕਰਨ ਗਿਆ। ਆਖੋ ਵਾਹਿਗੁਰੂ। ਉੱਚੀ ਬੋਲੋ। ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਕਾਹਦਾ ਝਗੜਾ ਹੈ? ਕਹਿੰਦੇ ਸਾਡੇ ਮਤ ਭੇਦ ਨੇ। ਪ੍ਰਬੰਧਕਾਂ ਨੇ ਕੀ ਆਖਿਆ? ਸਾਡੇ। ਉਹਨਾਂ ਕਿਹਾ ਫਿਰ ਜੇ ਆਪੋ ਆਪਣੀ ਮੱਤ ਆ ਫਿਰ ਤੇ ਭੇਦ ਹੋਣੇ, ਕਿਸੇ ਦੀ ਮੱਤ ਕਿਸੇ ਨਾਲ ਰਲਦੀ ਨਹੀਂ, ਫਿਰ ਇਕੱਠੇ ਕਿੱਥੋਂ ਹੋ ਜਾਓਗੇ? ਫਿਰ ਕੀ ਕਰੀਏ? ਕਹਿੰਦੇ ਗੁਰੂ ਦੀ ਮੱਤ ਲਓ। ਗੁਰੂ ਦੀ ਮੱਤ ਇੱਕੋ ਹੀ ਆ। ਜਿੱਦਣ ਹਰ ਗੁਰਦੁਆਰੇ ਦੇ ਝਗੜੇ ਵਾਲੇ ਗੁਰੂ ਮਰਿਆਦਾ ਨੂੰ ਸਾਹਮਣੇ ਰੱਖਣਗੇ, ਝਗੜੇ ਮੁੱਕ ਜਾਣਗੇ। ਪਤਾ ਲੱਗੇ ਜੀ? ਜਿਹੜਾ ਮੱਤ ਭੇਦ ਸ਼ਬਦ ਹੈ ਉਹਨਾਂ ਚਿਰ ਆ ਜਿੱਦਣ ਐਸ ਖੋਪਰੀ ਦੀ ਮੱਤ ਆ, ਮੇਰੀ ਮੱਤ ਤੇਰੇ ਨਾਲ ਨਹੀਂ ਰਲਦੀ, ਕੋਈ ਤਿੱਖਾ ਹੈ ਕੋਈ ਢਿੱਲਾ ਹੈ। ਜਿੱਦਣ ਗੁਰੂ ਦੀ ਮੱਤ ਆਉਂਦੀ ਹੈ ਨਾ ਜੀਵ ਆਤਮਾ ਦੇ ਅੰਦਰ, ਅਤੇ ਉਹ ਗੁਰੂ ਦੀ ਮੱਤ ਤਾਂ ਆਉਣੀ, ਮੈਂ ਫਿਰ ਮੋੜਾਵਾਂ ਉੱਥੇ, ਜਿੱਦਣ ਤੁਹਾਡਾ ਟੀਕਾ ਆਪਣਾ ਹੋਊ। ਆਪਣਾ ਟੀਕਾ ਤੁਹਾਨੂੰ ਬਹੁਤ ਕੁਝ ਦੇ ਜੂ। ਪਰਮੇਸ਼ਰ ਦਿੱਤਾ ਬੰਨਾ। ਉਸ ਮਾਲਕ ਨੇ ਮੇਰੇ ਅੰਦਰ ਦੇ ਵਿਚਾਰਾਂ ਨੂੰ ਡੱਕਾ ਲਾਤਾ। ਦੁੱਖ ਰੋਗ ਕਾ, ਸਾਰੇ ਦੁੱਖਾਂ ਰੋਗਾਂ ਤਕਲੀਫਾਂ ਦਾ ਉਦਣ ਹੀ ਡੇਰਾ ਅੰਦਰੋਂ ਉੱਠ। ਦੁੱਖ ਰੋਗ ਕਾ ਢਾਇਓ ਡੇਰਾ, ਆਨੰਦ ਮੰਗਲ ਵਿਸ਼ਰਾਮ, ਇਹ ਅਵਸਥਾ ਬਣ ਜੂਗੀ। ਆਨੰਦ ਮੰਗਲ ਵਿਸ਼ਰਾਮ ਆ ਜੂਗਾ। ਦੁੱਖ ਦਾ ਡੇਰਾ ਢਾ ਦੂ ਰੱਬ। ਜਿੱਦਣ ਕਿਤੇ ਪਰਮੇਸ਼ਵਰ ਨੇ ਤੁਹਾਡੇ 'ਤੇ ਕਿਰਪਾ ਕਰਤੀ, ਸ਼ਬਦ ਦੀ ਵਿਚਾਰ ਤੁਹਾਨੂੰ ਮੇਰੀ ਉਹ ਵੀਰੋ ਗੁਰਸਿੱਖੋ ਆ। ਇਹ ਉਦਣ ਤੋਂ ਜਦੋਂ ਤੋਂ ਦੀਵਾਨ ਲਾਉਣ ਆ ਰਿਹਾ ਕਰ ਰਿਹਾ, ਉਦੋਂ ਤੋਂ ਇਸ ਗੱਲ 'ਤੇ ਜ਼ੋਰ ਦੇ ਰਿਹਾ, ਸ਼ਬਦ ਦੀ
ਕੋਈ ਉਦਣ ਦਾ ਘਰ ਜਾ ਕੇ ਸੋਚਦੇ ਹੋ ਵੀ ਇਹ ਬੁੱਢਾ ਆਦਮੀ ਇਸ ਗੱਲ 'ਤੇ ਬੜਾ ਜ਼ੋਰ ਦੇ ਰਿਹਾ? ਸੋਚਦੇ ਹੋ ਘਰ ਜਾ ਕੇ ਕਦੀ? ਬੋਲੋ ਕਿਹੜਾ ਕਿਹੜਾ ਸੋਚਦਾ, ਹੱਥ ਖੜਾ ਕਰੋ। ਕੋਈ ਟਾਈਮ ਕੱਢਦਾ ਹੋਵੇ ਇਸ ਕੰਮ ਲਈ ਵੀ ਘਰ ਜਾ ਕੇ ਵੀ ਜੋ ਸੁਣ ਕੇ ਆ ਇਹ ਬੰਦਾ ਇੱਕ ਗੱਲ ਨੂੰ ਫੋਕਸ ਕਰ ਰਿਹਾ ਵੀ ਤੁਸੀਂ ਬਾਣੀ ਨੂੰ ਸਮਝੋ, ਪੂਜੋ ਨਹੀਂ ਸਮਝੋ। ਪੂਜਾ ਆਪੇ ਹੀ ਹੋ ਜਾਣੀ ਜਦੋਂ ਉਹਦੀ ਗੱਲ ਨੂੰ ਤੁਸੀਂ ਸਮਝ ਲਓਗੇ। ਬਾਰ ਬਾਰ ਦੀ ਪੂਜਾ ਨਾ ਕਰੋ। ਆਖੋ ਵਾਹਿਗੁਰੂ। ਪਰਮੇਸ਼ਰ ਦਿੱਤਾ ਬੰਨਾ ਨਹੀਂ, ਬੰਨਾ ਡੱਕਾ ਲਾਤਾ, ਦੁੱਖ ਰੋਕਾ। ਆਹੋ ਥੋੜ੍ਹਾ ਜਿਹਾ ਚਿਰ ਰੋਕ ਕੇ ਵਿਚਾਰ ਚੌਂਕੜਿਆਂ 'ਤੇ ਚੌਂਕੜੇ ਮਾਰੋ ਅਤੇ ਗੋਡਿਆਂ 'ਤੇ ਹੱਥ ਰੱਖੋ। ਇੱਥੋਂ ਕਿਹੋ ਅਤੇ ਇੱਥੋਂ ਸੁਣਿਓ। ਵਾਹਿਗੁਰੂ ਵਾਹਿਗੁਰੂ। ਗੁਰੂ ਥੱਲੇ ਉਤਰਨਾ ਹੈ। ਅੰਦਰ ਗੱਲਾਂ ਨਾ ਹੋਣ, ਵਿਚਾਰੋ ਰੋਕੋ। ਕੇਵਲ ਸ਼ਬਦ, ਕੇਵਲ ਸ਼ਬਦ। ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ सदा सदा जपिए हर नाम। अख सतनाम श्री वाहिगुरू। एक बचन पढ़ दो ना आप जी। ऊठत बैठत सोवत ध्याइए ध्याइया ध्याइए। ऊठत सोवत। महाराज गड्डी चला रहे होइए तो इतों आनंदपुर साहब जाना हो घंटे की वाट आ उदों की करिए। मार्ग चलत तेनों वेला कदों छड्डिया? तेनों खोता जिहड़ा ना खोता खोता ये कदों ते लत्ते मारदा कदों हवांकदा है जदों इनू तुसी वेला छड्डो। खरका पैखर तो छुट्टे उदों खोलते ने जो ऊपर लादा लादा समझते हो लादा लद्या जिन्ना चिर एक खाली आ उन्होंने पैंखर पा छड़ते हैं भी किसी अपने मालक का भी लत्त मार के बूथा भन सकता है। जदों ते मिट्टी लदती इट्टां लदतियां कहते फिर वह पैंखर हुण तुर नहीं सकता ते तोड़ना है इट्टां इत्थों दियां उत्थे पहुँचाउणियां। तुसीं भी विचार जरूरी ने विचार दे उत्ते लद्या होवे कि वाहिगुरू वाहिगुरू। ये थोड़ा भी जिहड़ा बंदा रब दा नाम जपण लग पैंदा उहदे कोई थॉट ही नहीं लाउंदा फैक्ट्री जांदा ही नहीं जांदा है ना। वही तो विचार ही है फैक्ट्री में जाना दरवाजा खोलना कंप्यूटर खोलना कामियां नूं गल दसनी कामियां कोलों गल सुननी ये सब कुछ तो करदा ही आ। मगर वो करन लग्या पहलों उन्होंने उपरों लद लैंदा है
ਭਾਰ ਪਾ ਦਿੰਦਾ, ਉੱਤੇ ਵਜਨ ਪਾ ਦਿੰਦਾ ਤਾਂ ਕਿ ਦਲੱਤੇ ਨਾ ਮਾਰ ਸਕੇ। ਇਹ ਮਨ ਨੂੰ ਵੀ ਤੁਸੀਂ ਉਦੋਂ ਖਾਲੀ ਛੱਡੋ ਤੇ ਫਿਰ ਗੱਲਾਂ ਕਰਦੇ ਰਹੋ। ਇਹ ਨਾ ਕਹੋ ਵੀ ਜੇ ਮੈਂ ਵਾਹਿਗੁਰੂ ਕਿਹਾ ਤੇ ਮੈਂ ਆਰਡਰ ਨਹੀਂ ਦੇ ਸਕਦਾ। ਦੇ ਸਕਦੇ ਹੋ ਤੁਸੀਂ। ਵਾਹਿਗੁਰੂ ਦਾ ਵਿਸ਼ਾ ਆਰਡਰ ਨਾਲ ਜੁੜਿਆ ਨਹੀਂ। ਰਸਨਾ ਤੋਂ ਵਾਹਿਗੁਰੂ ਕਹੋ। ਗੱਲ ਜਦੋਂ ਕਰ ਰਹੇ ਉਹ ਕਿਸੇ ਦੇ ਨਾਲ ਉੱਤੋਂ ਲੱਦਾ ਹੋਵੇ, ਇਹਨੂੰ ਇਹ ਭੱਜ ਕੇ ਕਿਸੇ ਹੋਰ ਜਗ੍ਹਾ ਤੇ ਨਾ ਭੱਜ ਜਾਏ। ਆਖੋ ਵਾਹਿਗੁਰੂ। ਇਹ ਹਰੀ ਅੰਗੂਰੀ ਗਧਾ ਚਰੇ, ਇਹਦਾ ਹਰੀਆਂ ਅੰਗੂਰੀਆਂ ਚੁਗਣਾ ਸੁਭਾਅ ਹੈ। ਇੱਧਰ ਵੇਖਣਾ ਉੱਧਰ ਵੇਖਣਾ ਇਹਦਾ ਸੁਭਾਅ ਹੈ। ਇਹਦੇ ਸੁਭਾਅ ਦੇ ਮੁਤਾਬਕ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਤਾ, ਬੜਾ ਉਦਮਾਦ ਬਚਾਉਣ ਵਾਲਾ ਹੈ ਤੂੰ ਮੇਰਿਆ ਮਨਾ। ਮੈਂ ਵੀ ਗੁਰੂ ਕੋਲੋਂ ਜੁਗਤੀ ਸਿੱਖ ਲਈ ਆ ਵੀ ਖਰ ਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਤੇਰੀਆਂ ਮੈਂ ਲੱਤਾਂ ਉਦੋਂ ਖੋਲ੍ਹਣੀਆਂ ਨੇ ਜਦੋਂ ਉੱਤੇ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ। ਨਾਮਾ ਕਹੇ ਆ ਜੁਗਤੀ ਸਿੱਖ ਲਓ, ਆ ਜੁਗਤੀ ਸਿੱਖ ਲਓ। ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸਮਾਲ। ਸਮਾਲ ਮਨੇ ਚੇਤੇ ਕਰ, ਮੁਖ ਤੋਂ ਵਾਹਿਗੁਰੂ 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 ਚੇਤੇ ਕਰਿਆ ਕਰ। ਹਾਥ ਪਾਉ ਉੱਚੀ ਬੋਲੋ। ਜਿੱਦਣ ਗੱਦੀ ਤੇ ਬੈਠੇ ਜਵਾਨ ਸਿੱਖ ਬਜ਼ੁਰਗ, ਲੱਕ ਕੁੱਬਾ ਸੀ ਤੇ ਉਸ ਉਮਰ ਵਿੱਚੋਂ ਵੀ 12 ਸਾਲ ਗਾਗਰ ਢੋਲੀ। ਇਹਨੇ ਹੋਰ ਘਟਾ ਦਿਓ। ਇਹ ਸ਼ਬਦ ਉਦੋਂ ਨਹੀਂ ਉਚਾਰੇ ਜਦੋਂ ਗਾਗਰ ਢੋਣ ਡਏ ਸੀ। ਗੱਦੀ ਤੇ ਬੈਠੇ, ਖੇੜਾ ਆ ਗਿਆ ਅੰਦਰ, ਆਨੰਦ ਆ ਗਿਆ। ਆਖੋ ਵਾਹਿਗੁਰੂ। ਤੇ ਕਿਤੇ ਫੇਰ ਮੇਰੇ ਬਾਬੇ ਨੇ ਬਜ਼ੁਰਗ ਅਵਸਥਾ ਵਿੱਚ ਬੜੇ ਪਾਵਨ ਗੀਤ ਗਾਏ ਨੇ। ਕਹਿੰਦੇ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਬੋਲੋ ਹਾਂ। ਸੋਏ ਮੀਨ ਆਵਾਜ਼। ਇਹ ਸਰਦਾਰ ਨੂੰ ਮੈਸੇਜ ਨਹੀਂ ਮਿਲਿਆ ਵੀ ਬਸੰਤ ਰੁੱਤ ਆਈ। ਉਹ ਹੀ ਫੈਕਟਰੀ ਦੇ ਵਿੱਚ ਹਾੜ ਵਿੱਚ ਜਾਣ ਡਿਆ ਸੀ, ਸਾਉਣ ਵਿੱਚ ਜਾ ਰਿਹਾ ਸੀ। ਜੋ ਹਾੜ ਸਾਉਣ ਵਿੱਚ ਸੀ ਇਹਦਾ ਖੋਤੇ ਵਾਲਾ ਸੁਭਾਅ, ਲੱਦਿਆ ਤੇ ਸੁੱਟ ਆਏ, ਲੱਦਿਆ ਤੇ ਸੁੱਟ ਆਏ, ਉੱਠ ਖਲੋਤੇ ਸੌਂ ਗਏ ਤੇ ਉੱਠ ਖਲੋਤੇ। ਉਹੀ ਸੁਭਾਅ ਅੱਜ ਦੀ ਮੁਬਾਰਕ ਰੁੱਤ ਵਿੱਚ ਵੀ ਇਹਦਾ ਉਹੀ ਆ। ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ ਦਾ ਮਤਲਬ ਕੀ ਦੱਸਿਆ? ਆਵਾਜ਼, ਮੈਸੇਜ। ਇਹਨੂੰ ਕਿੱਥੇ ਮਿਲਿਆ ਬਸੰਤ? ਤਾਂ ਹੀ ਤਾਂ ਬਾਪੂ ਕਹਿੰਦਾ ਦੁਨੀਆ ਦੇ ਲੋਕੋ ਅਬ ਕਲੂ ਆਇਓ ਰੇ ਇੱਕ ਨਾਮ ਬੋ। ਇਹ ਤੁਹਾਨੂੰ ਮੈਸੇਜ ਹੀ ਤੇ ਦੇ ਰਿਹਾ ਹੈ, ਮੈਨੂੰ ਤੇ ਤੁਹਾਨੂੰ ਮੈਸੇਜ ਦੇ ਰਿਹਾ ਰੱਬ। ਅੱਜ ਕਹਿੰਦੇ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਇਹ ਮਨ ਜਲਿਆ, ਇਹ ਤੇ ਸੜਿਆ ਪਿਆ ਹੈ। ਜਲਿਆ ਸ਼ਬਦ ਵਰਤਿਆ। ਦੂਜੇ ਦੋਏ, ਇਹ ਤੇ ਦੁਬਦਾ ਵਿੱਚ ਸੜਿਆ ਪਿਆ ਹੈ। ਤੇ ਹਰਿਆ ਤੇ ਉਹਨੇ ਹੋਣਾ ਨਾ ਜਿਹੜਾ ਇੱਕ ਪਾਸੇ ਲੱਗਾ। ਇਹਦੇ ਅੰਦਰ ਤੇ ਸੱਚੀ ਆਖੋ ਵਾਹਿਗੁਰੂ। ਥੋੜ੍ਹਾ ਜਿਹਾ ਇਕਾਗਰਤਾ ਬਣਾਇਓ। ਕਿਸੇ ਬੰਦੇ ਨੂੰ ਕਹਿੰਦਾ ਬੰਦਾ ਚੰਗਾ ਹੈ, ਇਹ ਬੰਦਾ, ਫਿਰ ਉਸੇ ਵੇਲੇ ਕਹਿੰਦਾ ਪਤਾ ਨਹੀਂ ਮੈਂ ਇਹਨੂੰ ਚੰਗਾ ਕਹਿਤਾ ਹੈ, ਇਹ ਚੰਗਾ ਹੈ ਵੀ ਕਿ ਨਹੀਂ। ਆਪੇ ਹੀ ਕਿਹਾ ਚੰਗਾ ਹੈ, ਆਪੇ ਮੁੜ ਕੇ ਕਿਹਾ ਮੈਂ ਇਹਨੂੰ ਚੰਗਾ ਤੇ ਕਹਿ ਬੈਠਾ, ਕੀ ਪਤਾ ਇਹ ਚੰਗਾ ਹੈ ਵੀ ਕਿ ਨਹੀਂ। ਹਾਏ ਇਹ ਦੁਬਦਾ, ਇੱਥੇ ਸੜਿਆ। ਸੱਚਮੁੱਚ ਤੂੰ ਤਾਂ ਹੀ ਇਸੇ ਕਰਕੇ ਕਹਿੰਦੇ ਵੀ ਚੰਗਾ ਕਹਿ ਹੀ ਗੁਰੂ ਗ੍ਰੰਥ ਸਾਹਿਬ ਨੂੰ ਤੇਰੇ ਅੰਦਰ ਸ਼ੱਕ ਨਾ ਆਵੇ। ਨਹੀਂ ਪਤਾ ਲੱਗਾ, ਕਹਿ ਹੀ ਕਿ ਪਾਕ, ਕਿ ਗੈਬੁਲ, ਕਿ ਅਫੂਲ, ਕਿ ਸ਼ਾਹਾਨ। ਦੂਸਰੇ ਨੂੰ ਜਦੋਂ ਤੂੰ ਕਹਿ ਨਹੀਂ ਸਕਦਾ ਸਮਝ ਲਓ ਦੁਬਦਾ ਮੁੱਕ ਗਈ। ਇਹਦੇ ਤੇ ਤਾਂ ਸ਼ੱਕ ਨਹੀਂ ਹੋ ਸਕਦਾ ਨਾ ਇਸ ਗੱਲ 'ਤੇ ਵੀ ਮੇਰਾ ਬਾਪੂ ਜਿਹੜਾ ਪਾਕ ਆ, ਬੇਐਬ ਆ, ਗੈਬੁਲ ਸ਼ਕਤੀਆਂ ਦਾ ਮਾਲਕ ਆ, ਪਵਿੱਤਰ ਆ, ਸਾਰੇ ਗੁਨਾਹ ਮਾਫ ਕਰ ਦਿੰਦਾ ਹੈ। ਅਤੇ ਸ਼ਾਹਾਂ ਦਾ
ਇਹ ਜਦੋਂ ਤੂੰ ਬਚਨ ਬੋਲੇਂਗਾ ਦੁਬਿਧਾ ਆਊਗੀ, ਕਿਉਂਕਿ ਇੱਥੇ ਦੁਬਿਧਾ ਆਉਣੀ ਨਹੀਂ, ਮਨ ਟਿਕ ਗਿਆ। ਆਖੋ ਵਾਹਿਗੁਰੂ। ਇਹ ਮਨ ਜਲਿਆ ਦੂਜੇ ਦੋਏ, ਦੋਏ ਮਨੇ ਦੁਬਿਧਾ। ਇਸ ਮਨ ਕੋ ਬਸੰਤ ਕੀ ਲੱਗੇ ਨਾ, ਇਹਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਬੜੇ ਬੜੇ ਸੁੱਕੇ ਸੜੇ ਬੂਟਿਆਂ ਦੇ ਵਿੱਚੋਂ ਵੀ ਨਵੀਆਂ ਨਵੀਆਂ ਕਰੁੰਬਲਾਂ ਛੁੱਟ ਪਈਆਂ ਨੇ। ਜਿਹੜੇ ਕੱਲ੍ਹ ਤੱਕ ਦੇ ਬੂਟੇ ਗੁਲਾਬ ਦੇ ਝੜ ਗਏ ਸੀ, ਉਹਨਾਂ ਵਿੱਚ ਵੀ ਨਵੇਂ ਪੱਤੇ ਆਉਣੇ ਸ਼ੁਰੂ ਹੋ ਗਏ, ਅਤੇ ਪੱਤਿਆਂ ਤੋਂ ਬਾਅਦ ਫੁੱਲ ਆਉਣੇ ਸ਼ੁਰੂ ਹੋ ਗਏ। ਇਹ ਮੈਸੇਜ ਇਹਨੂੰ ਨਹੀਂ ਸੁਣਿਆ, ਇਹਨੇ ਵੇਖਿਆ ਨਹੀਂ। ਆਖੋ ਵਾਹਿਗੁਰੂ। ਤਿੰਨ ਬਸੰਤ, ਬੋਲੋ। ਇਹਦਾ ਅਰਥ ਤੇ ਬਣ ਜੂ, ਉਹਨਾਂ ਨੂੰ ਬਸੰਤ ਆ ਜੋ ਹਰ ਗੁਣ ਗਾਏ, ਜੋ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਦਿਨ ਜ਼ਿਕਰ ਕੀਤਾ ਹੈ ਕਲਮਾਂ ਦਾ, ਕੀਤਾ ਸੀ। ਗੁਲਾਬ ਦੀਆਂ ਬੂਟਿਆਂ ਦੀ ਕਲਮ ਲਾਈ ਦੀ, ਜਿਹੜੀ ਜਿਸ ਕਲਮ ਨੂੰ ਲਾਓ ਨਾ ਤੇ ਧਰਤੀ 'ਤੇ ਲੰਮੀ ਪਾ ਦਿਓ। ਬੋਲੋ ਜੀ, ਥੋੜ੍ਹੀ ਜਿਹੀ ਐਨਰਜੀ ਲਾਓ, ਚੱਲ ਪੂਗੀ। ਕੀ ਕਰਨਾ ਪੈਣਾ? ਗੱਡਣਾ। ਗੱਡਣਾ ਕੌਣ? ਉਹ ਕਲਮ ਧਰਤੀ 'ਚ। ਭਾਈ ਜੀ, ਸ਼ਬਦ ਵੀ ਤੁਹਾਡੇ ਵੇ ਕੋਲ ਹੋਵੇ, ਕਲਮ ਵੀ ਸੁਰਤ ਦੀ ਤੁਹਾਡੇ ਕੋਲ ਹੋਵੇ। ਹਰੀ ਉਦਣ ਹੋਣੀ ਜਦੋਂ ਸ਼ਬਦ ਵਿੱਚ ਗੱਡੋਗੇ। ਨਹੀਂ ਹੋ ਰਿਹਾ ਸੇ, ਮੈਂ ਬਾਰ ਬਾਰ ਤੁਹਾਨੂੰ ਉਲਾਮੇ ਨਹੀਂ ਦਿੰਦਾ। ਕੋਸ਼ਿਸ਼ ਕਰੋ ਆਪਣੀ ਸੁਰਤ ਨੂੰ ਸ਼ਬਦ ਵਿੱਚ ਗੱਡੋ, ਹਰੀ ਭਰੀ ਹੋਊਗੀ। ਰੁੱਤ ਬੜੀ ਸੋਹਣੀ ਆ, ਰੁੱਤ ਹਰ ਕਾ ਨਾਮ ਹੋ ਕਰਮ ਲਖਨ ਤੇ ਪਾਈਏ, ਇਹ ਰੁੱਤ ਸੁਹਾਈ। ਬੜੀ ਸੋਹਣੀ ਰੁੱਤ ਆ, ਸੱਚਮੁੱਚੀ ਮਿੰਟਾਂ 'ਚ ਤੁਰਦੀ। ਆਖੋ ਵਾਹਿਗੁਰੂ। ਕਲਮ ਮਿੰਟਾਂ ਵਿੱਚ ਤੁਰ ਪੈਂਦੀ। ਲਾਉਣ ਲੱਗਿਆ ਦਿਸੂਗਾ ਵੀ ਟਿੰਡ ਮੁੰਡ ਤੇ ਹੈਗੀ, ਇਹਦੇ 'ਚ ਪੱਤੇ ਕਿੱਥੋਂ ਨਿਕਲਣੇ। ਮੈਂ ਨਾਸਤਕ ਤਾਂ ਹੈਗਾ, ਮੇਰੇ 'ਚ ਕਿੱਥੋਂ ਨਿਕਲਣੇ। ਵੇਖਦਿਆਂ ਵੇਖਦਿਆਂ ਖਿੜ ਜਾਏਗਾ। ਗੁਰੂ ਕਿਆ ਸਿੱਖਾਂ ਨੇ ਗਰੰਟੀ ਦਿੱਤੀ, ਹਰ ਕਾ ਨਾਮ ਧਿਆਏ ਕੇ ਹੋ ਹਰਿਆ। ਦਿੱਤੀ, ਗਰੰਟੀ ਦਿੱਤੀ ਕਿ ਪਰਮਜੀਤ ਸੋ ਕਹਿ ਰਿਹਾ। ਜਿੰਨੇ ਸ਼ਬਦ ਗੁਰਬਾਣੀ ਦੇ ਨੇ ਗਰੰਟਡ ਵਚਨ ਨੇ, ਇਹਨੂੰ ਕਰਕੇ ਵੇਖੋ। ਕਰਕੇ ਨਹੀਂ ਨਾ ਵੇਂਦਾ, ਸੁਣਿਆ ਬਸ ਇੰਨੀ ਗੱਲ ਹੈ। ਕੜਾ ਪ੍ਰਸ਼ਾਦ ਲਿਆ, ਚਲੇ ਗਏ ਕਰਨ। ਇਸ ਤਰ੍ਹਾਂ ਨਾ ਕਰੋ, ਸੁਰਤ ਨੂੰ ਸ਼ਬਦ ਵਿੱਚ ਗੱਡੋ। ਤਿੰਨ ਬਸੰਤ ਜੋ ਹਰ ਗੁਣ ਗਾਏ, ਪੂਰੇ ਭਾਗ ਹਰ ਭਗਤ ਕਰਾਏ। ਜਿਨ੍ਹਾਂ ਦੇ ਪੂਰੇ ਭਾਗ ਹੈ ਨਾ, ਉਹਨਾਂ ਨੂੰ ਇੱਥੇ ਬਾਲ ਕੇ ਕਹਿੰਦਾ ਕਹਿ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ। ਫਿਰ ਆਖਿਆ ਇਸ ਮਨ ਕੋ ਬਸੰਤ ਕੀ ਲੱਗੇ ਨਾ, ਇਹ ਮਨ ਜਲਿਆ ਦੂਜੇ ਦੋਏ। ਰਹਾਉ ਤੋਂ ਬਾਅਦ ਮੇਰੇ ਮਾਲਕ ਕਹਿੰਦੇ, ਆਹ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਹੈਗੇ ਨੇ ਲੋਕੀ, ਕਰਦੇ ਹੋ ਨਾ, ਬੋਲੋ। ਮਾਟੋ ਕੀ ਆ? ਮੰਗ ਕੀ ਆ? ਮਾਇਆ। ਗੁਰਦੁਆਰੇ ਆਉਣ ਦੇ 70-80% ਲੋਕਾਂ ਦਾ ਇਹ ਮੰਗ ਹੁੰਦੀ ਵੀ ਕਾਰੋਬਾਰ ਚੱਲੇ ਤਾਂ ਗੁਰਦੁਆਰੇ ਚੱਲੀਏ। ਆਖੋ ਵਾਹਿਗੁਰੂ। ਇਹ ਮਨ ਧੰਦੇ ਵਾਧਾ ਕਰਮ ਕਮਾਏ। ਨਹੀਂ ਪਤਾ ਲੱਗਾ? ਚੰਗੀ ਤਰ੍ਹਾਂ ਬੋਲੋ ਤੇ ਨਾਲ ਚਿੱਥੋ। ਇਹ ਮਨ ਨਾਮ ਵੀ ਜਪਣ ਡਿਆ ਹੈ ਤੇ ਫੋਟੋ ਸਾਹਮਣੇ ਇਹਦੇ ਕਿਹਦੀ ਆਉਣ ਡਈ ਆ ਵੀ ਆਹ ਵੀ ਫੈਕਟਰੀ ਚੱਲ ਪਏ, ਆਹ ਵੀ ਕੰਮ ਚੱਲ ਪਏ, ਆਹ ਵੀ ਕੰਮ ਚੱਲ ਪਏ, ਮੇਰੀ ਜੋਬ 'ਚ ਮੇਰੀ ਤਨਖਾਹ ਵੱਧ ਜਾਏ।
ਧੰਦੇ 'ਚ ਬੱਧਾ ਹੋਇਆ, ਕਰਮ ਕਰ ਰਿਹਾ, ਕਰਮ ਚੰਗਾ ਕਰ ਰਿਹਾ ਮਗਰ ਧੰਦੇ 'ਚ ਬੱਧਾ। ਆਖੋ ਵਾਹਿਗੁਰੂ। ਜਿਹੜੀ ਚੀਜ਼ ਕਿਸੇ ਚੀਜ਼ ਨਾਲ ਬੱਝੀ ਆ ਉਹਦੀ ਕੋਈ ਸੀਮਾ ਹੈ, ਅਸੀਮ ਨਹੀਂ। ਖੁੱਲ੍ਹਾ ਨਹੀਂ ਛੱਡਿਆ, ਕਿਤੇ ਕੋਨੂੰ ਬੰਨ੍ਹ ਲਿਆ। ਵੇਖਿਆ ਤੁਸੀਂ ਕਦੀ ਪੈਲੀ 'ਚ ਡੰਗਰ ਛੱਡੇ ਇੱਕ ਰੱਸੇ ਨਾਲ ਬੱਧੇ ਹੁੰਦੇ ਵੀ ਇੱਥੋਂ ਤੱਕ ਚੋਗਲਾ, ਇੱਥੋਂ ਤੱਕ। ਅਤੇ ਸੱਚੀ ਮੁੱਚੀ ਇਹ ਮਾਇਆ ਤਾਇਆ ਦੀਆਂ ਗੱਲਾਂ ਜਿਹੜੀਆਂ ਮੰਗਦੇ, ਇਹਦੀ ਵੀ ਇੱਕ ਸੀਮਾ ਹੈ। ਸਾਰਾ ਜੀਵਨ ਬੰਦਾ ਮੰਗਦਾ ਰਹਿੰਦਾ, ਰੱਜਦਾ ਫਿਰ ਵੀ ਨਹੀਂ, ਕਿਸੇ ਸੀਮਾ 'ਚ ਹੈ ਨਾ। ਰਾਜੇ ਕੌਣ ਬਣੇ ਜਿਨ੍ਹਾਂ ਨੇ ਰੱਸੇ ਤੋੜੇ? ਉਹਨੇ ਆਖਿਆ ਮੈਂ ਅੱਜ ਘੋੜੇ 'ਤੇ ਚੜ੍ਹ ਕੇ ਆਊਂ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਇਸ ਤਰ੍ਹਾਂ ਮੈਂ ਅੱਜ ਘੋੜੇ 'ਤੇ ਚੜ੍ਹ ਕੇ ਆਊਂ ਅਤੇ ਸਾਰੇ ਜਿੰਨੇ ਮੇਰੇ ਰਾਜ ਵਿੱਚ ਜੋਗੀ ਪੰਡਤ ਨਾਮ ਜਪਣ ਵਾਲੀਆਂ ਰੂਹਾਂ ਰਹਿੰਦੀਆਂ, ਮੈਂ ਇਹਨਾਂ ਨੂੰ ਪਲਾਟ ਵੰਡੂੰ। ਕੀ ਕਰੂੰ? ਪਲਾਟ ਵੰਡੂੰ। ਕਿਸੇ ਨੇ 500 ਗਜ ਦਾ, ਉਹਨੇ ਆਖਿਆ ਵੀ ਜਿੰਨੇ ਜਿੰਨਾ ਪਲਾਟ ਚਾਹੀਦਾ ਉਹਦੇ ਦੁਆਲੇ ਲੀਕ ਮਾਰ ਲਿਓ, ਅਤੇ ਜਿੰਨੀ ਲੀਕ ਮਾਰੀ ਹੋਊਗੀ ਉਹਨਾਂ ਮੈਂ ਉਹਦੇ ਨਾਂ 'ਤੇ ਰਜਿਸਟਰੀ ਕਰਾਊਂਗਾ। ਰਾਜੇ ਨੇ ਕਿਹਾ, ਸੁਣ ਰਹੇ ਹੋ? ਉਹ ਘੋੜੇ 'ਤੇ ਚੜ੍ਹ ਕੇ ਆਇਆ। ਕਿਸੇ ਮੇਰੇ ਵਰਗੇ ਨੇ ਆਖਿਆ 22 ਸੈਕਟਰ 'ਚ ਕੋਠੀ ਚਾਹੀਦੀ, ਉਹਨੇ ਕਿਹਾ ਲੈ ਲਾ, ਮੱਲ ਲਾ। ਕਿਸੇ ਨੇ 8 'ਚ ਕਿਹਾ, ਉਹਨੇ ਮੱਲ ਲਾ। ਆ ਸੱਚਮੁੱਚੀ ਉਹੋ ਹੀ ਲੋਕ ਜਿਹੜੇ ਕੋਠੀਆਂ ਮੱਲ ਕੇ ਬੈਠੇ, ਜਿਨ੍ਹਾਂ ਨੇ ਜੋ ਉਹਦੇ ਕੋਲ ਮੰਗਿਆ ਉਹਨੇ ਇਹਨਾਂ ਦੇ ਨਾਂ ਲਾ ਦਿੱਤਾ। ਇੱਕ ਮਹਾਤਮਾ ਇਸ ਤਰ੍ਹਾਂ ਦਾ ਮਿਲਿਆ। ਆਖੋ ਵਾਹਿਗੁਰੂ। ਪਕੜ ਰਹੇ ਹੋ, ਸੁਣ ਰਹੇ ਹੋ ਨਾ? ਇੱਕ ਮਹਾਤਮਾ ਇਸ ਤਰ੍ਹਾਂ ਦਾ ਮਿਲਿਆ ਜਿਹਨੇ ਨਿੱਕੀ ਜਿਹੀ ਕੁਟੀਆ ਪਾਈ ਸੀ, ਅਤੇ ਰਾਜੇ ਨੇ ਆਣ ਕੇ ਆਖਿਆ ਤੂੰ ਨਹੀਂ ਪਲਾਟ ਮੱਲਿਆ। ਆਖੋ ਵਾਹਿਗੁਰੂ। ਵੀ ਤੈਨੂੰ ਵੀ ਤਾਂ ਛੁੱਟੀ ਸੀ ਵੀ ਜਿੰਨਾ ਮਰਜ਼ੀ ਖੁੱਲ੍ਹਾ ਡੱਲਾ ਮੰਗ ਲਾ। ਤੁਸੀਂ ਆਪਣੀ ਸੁਰਤ ਨੂੰ ਪੁੱਛੋ, ਜੇ ਇਹ ਆਰਡਰ ਤੇਰੇ ਕੋਲ ਆ ਜਾਏ ਤਾਂ ਬੋਲੋ, ਜੇ ਆਰਡਰ ਤੇਰੇ ਕੋਲ ਵੀ ਆ ਜਾਏ ਵੀ ਜਿੰਨੀ ਚੰਡੀਗੜ੍ਹ 'ਚ ਜਗ੍ਹਾ ਮੱਲੀ ਜਾਂਦੀ ਭਾਈ ਮੱਲ ਲਾ, ਅਤੇ ਸੱਚਮੁੱਚ ਤੁਹਾਡੇ ਇੱਥੇ ਲੋਕਾਂ ਨੇ ਮੱਲੀ ਨਹੀਂ। ਕੋਈ ਫੋਟੋ ਨਾਲੋਂ ਨਾਲ ਮਾਰ ਦਿਓ ਉੱਥੇ ਕੈਮਰਾ, ਜਿੱਥੇ ਜੋ ਦਾਸ ਕਹਿਣਾ ਚਾਹੁੰਦਾ। ਉਹਨਾਂ ਨੇ ਕਿਤੇ ਕਿਹਾ ਉਹ ਮੱਲ ਲਾ ਜੇ ਨਹੀਂ ਮੱਲਣੀ। ਅਤੇ ਕਿਸੇ ਨੇ 32 ਸੈਕਟਰ 'ਚ ਮੱਲ ਲਈ, ਕਿਸੇ ਨੇ 22 'ਚ ਮੱਲ ਲਈ, ਕਿਸੇ ਨੇ 17 'ਚ ਮੱਲ ਲਈ, ਕਿਸੇ ਨੇ ਕਿਸੇ ਸੈਕਟਰ। ਤੁਸੀਂ ਇਸ਼ਾਰਾ ਸਮਝਦੇ ਹੋ ਮੈਂ ਕੀ ਕਹਿ ਰਿਹਾ? ਜਿਨ੍ਹਾਂ ਦਾ ਸੰਬੰਧ ਉਹਦੇ ਨਾਲ ਜੁੜਿਆ ਸੀ, ਜਿੰਨੀ ਮੱਲੀ ਜਾਂਦੀ ਵੀ ਮੱਲ ਲਾ। ਕਿਸੇ ਨੇ ਝੀਲ 'ਤੇ ਜਾ ਕੇ ਮੱਲ ਲਈ। ਉਹਨੂੰ ਰੱਬ ਨੂੰ ਮਿਲਣ ਨੂੰ ਕੋਈ ਸ਼ੌਂਕ ਨਹੀਂ, ਜਗ੍ਹਾ ਵੰਡਣ ਲਈ ਸ਼ੌਂਕ ਆ। ਆਖੋ ਵਾਹਿਗੁਰੂ। ਉੱਚੀ ਬੋਲੋ। ਜਿਹੜਾ ਸਾਧੂ ਮਹਾਤਮਾ ਬੈਠਾ ਸੀ ਨਾ, ਰੱਬ ਦੀ ਕਰਨੀ ਵਾਲਾ, ਉਹਨੇ ਆਖਿਆ ਬਾਬਾ ਜੀ ਤੁਸੀਂ ਕੋਈ ਜਗ੍ਹਾ ਮੱਲੀ ਨਹੀਂ। ਉਹਨੇ ਕਿਹਾ ਕੋਈ ਗੱਲ ਨਹੀਂ, ਤੂੰ ਘੋੜੇ 'ਤੇ ਅੱਗੇ ਜਾ ਕੇ ਵੇਖਿਆ ਕਿੰਨਿਆਂ ਨੇ ਕਿੰਨੀ ਮੱਲੀ। ਜਦੋਂ ਤੂੰ ਆਏਗਾ ਮੈਂ ਆਉਂਦਿਆਂ ਨੂੰ ਮੈਂ ਵੀ ਮੱਲੀ ਹੋ ਗਈ। ਜਿਹੜੀ ਕੁਟੀਆ 'ਚ ਬੈਠਾ ਸੀ ਆਉਂਦਿਆਂ ਨੂੰ ਕੁਟੀਆ ਢਾਹ 'ਤੇ ਰੜੇ ਬਹਿ ਗਿਆ। ਨਹੀਂ ਪਤਾ ਲੱਗਾ ਜੇ ਖੋਪਰੀ 'ਚ ਨਹੀਂ ਉਤਰੀ, ਕਿੱਥੇ ਬਹਿ ਗਿਆ? ਜਿਹੜੀ ਸੀਮਾ ਦੀ ਜਗ੍ਹਾ ਮੱਲੀ ਸੀ ਉਹ ਢਾਹ 'ਤੀ। ਕੀ ਹੋ ਗਿਆ? ਅਸੀਮ ਲੀਕ ਮਾਰੀ ਸੀ ਇੱਕ ਕੁਟੀਆ ਦੇ ਦੁਆਲੇ, ਇਹ ਕੁਟੀਆ ਮੇਰੀ, ਉਹ ਢਾਹ ਕੇ ਅਲੀਕ ਹੋ ਗਿਆ। ਰਾਜਾ ਆਇਆ। ਆਖੋ ਵਾਹਿਗੁਰੂ। ਰਾਜਾ ਆਇਆ, ਉਹਨੇ ਆਣ ਕੇ ਆਖਿਆ ਲੀਕ ਤੂੰ ਮਾਰੀ ਨਹੀਂ। ਕਹਿੰਦਾ ਜਿਹੜੀ ਮਾਰੀ ਸੀ ਉਹ ਵੀ ਢਾਹਤੀ, ਹੁਣ ਮੈਂ ਅਲੀਕ ਹੋ ਗਿਆ। ਮੈਂ ਸ੍ਰਿਸ਼ਟੀ ਦਾ ਰਾਜਾ ਵਾਂ, ਮੈਂ 4 ਗਜ ਦਾ ਰਾਜਾ ਨਹੀਂ। ਕਿਤੇ ਗੁਰੂ ਕਿਰਪਾ ਕਰੇ ਕਿਸੇ ਦੀ ਸੁਰਤ ਇੰਨੀ ਖੁੱਲ੍ਹ ਜਾਏ ਵੀ ਸਾਰੀ ਸ੍ਰਿਸ਼ਟੀ ਮੇਰੀ ਆ। ਪਤਾ ਲੱਗਾ? ਸਾਰੀ ਪਤਾ ਵੀ ਲੱਗਾ ਕਿ ਨਹੀਂ? ਮੈਂ ਲੀਕਾਂ ਵਿੱਚ ਨਹੀਂ, ਅਲੀਕ ਹਾਂ। ਇੱਥੇ ਵੀ ਕਹਿੰਦੇ ਇਹ ਮਨ ਧੰਦੇ ਵਾਧਾ ਕਰਮ ਕਮਾਏ। ਕਰਮ ਵੀ ਕਰਦਾ, ਜਪਜੀ ਸਾਹਿਬ ਪੜ੍ਹਦਾ ਹੈ ਅਤੇ ਉਹਦੇ ਪਿੱਛੇ ਧੰਦਾ ਲੈ ਕੇ ਬੈਠਾ ਹੈ। ਧਰਮ ਧੰਦਾ ਨਹੀਂ ਹੁੰਦਾ। ਆਖੋ ਵਾਹਿਗੁਰੂ। ਧਰਮ ਜਿੱਦਣ ਦਾ ਧਰਮ ਧੰਦਾ ਬਣਿਆ ਹੈ ਨਾ, ਧਰਮ ਦੀ ਫੋਟੋ ਹੀ ਵਿਗੜ ਗਈ। ਜਿੱਦਣ ਦੀਆਂ ਗੋਲਕਾਂ ਰੱਖੀਆਂ ਨਾ ਗੁਰੂ ਦੇ ਅੱਗੇ, ਉਦਣ ਦਾ ਸਭ ਕੁਛ ਬਦਲ ਗਿਆ। ਅੱਜ ਚੁੱਕ ਦਿਓ ਹਰਿਮੰਦਰ ਸਾਹਿਬ ਦੇ ਵਿੱਚੋਂ ਗੋਲਕਾਂ, ਕਿਤੇ ਕੋਈ ਪੈਸਾ ਨਾ ਪਾਵੇ, ਫਿਰ ਵੇਖਾਂਗੇ ਇਹ ਪਰਿਵਾਰ ਉੱਥੇ ਕਬਜ਼ਾ ਕਰਦਾ। ਨਹੀਂ ਪਤਾ ਲੱਗਾ। ਬੋਲੋ ਨਾ ਗੁਰੂ ਕਿਸੇ ਨੂੰ ਚਿੱਤ। ਇਹ ਕਬਜ਼ਾ ਤੇ ਇਹਦੇ ਕਰਕੇ ਹੀ ਆ ਨਾ, ਜਿੱਦਣ ਤੋਂ ਧਰਮ ਧੰਦਾ ਬਣਨਾ ਸ਼ੁਰੂ ਹੋ ਗਿਆ।
ਤੇ ਲੋਕੀ ਆ ਵੀ ਬੈਠੇ ਨੇ ਪ੍ਰਬੰਧਕ ਉੱਥੋਂ ਦੇ ਕੈਨੇਡਾ ਦੇ, ਇਹ ਵੀ ਮੈਨੂੰ ਕਹਿੰਦੇ ਵੀ ਤੂੰ ਇਹ ਕਿਉਂ ਕਹਿੰਦਾ ਵੀ ਤੂੰ ਮਾਇਆ ਮਾਇਆ ਨਹੀਂ, ਤੇ ਫਿਰ ਕੰਮ ਕਿਸ ਤਰ੍ਹਾਂ ਚੱਲਣਗੇ। ਸਵਾਲ ਦੀ ਗੱਲ ਆ। ਗੋਪਾਲ ਤੇਰਾ ਆਰਤਾ ਜੋ ਜਾਂ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ। ਜਿਹੜਾ ਸਾਰੀ ਕਾਇਨਾਤ ਦੇ ਕਾਰਜ ਸਵਾਰਦਾ, ਤੁਸੀਂ ਕਹਿੰਦੇ ਨਾ 4 ਰੁਪਈਆਂ ਨਾਲ ਉਹਦੇ ਕੰਮ ਚੱਲਦੇ ਨੇ। ਉਹ ਜਿਹੜਾ ਸਾਰੀ ਸ੍ਰਿਸ਼ਟੀ ਨੂੰ, ਕਿੰਨੀ ਪਬਲਿਕ ਆ, ਕਿੰਨੇ ਕੀੜੇ ਨੇ, ਕਿੰਨੇ ਪੰਛੀ ਨੇ, ਕਿੰਨੇ ਜਾਨਵਰ ਨੇ ਜਿਨ੍ਹਾਂ ਨੂੰ ਰੋਟੀ ਦਿੰਦਾ, ਉਹ ਤੁਹਾਡੀ ਗੋਲਕ ਚੋਂ ਦਿੰਦਾ। ਚਿੱਥਦੇ ਕਿਉਂ ਨਹੀਂ? ਉਹ ਤੁਹਾਡੀ ਗੋਲਕ ਚੋਂ ਪੈਸੇ ਲੈ ਕੇ ਦਿੰਦਾ। ਜਿੱਥੇ ਗੋਲਕ ਦਾ ਪ੍ਰਬੰਧ ਨਹੀਂ, ਉੱਥੇ ਰੋਟੀ ਨਹੀਂ ਚੱਲਦੀ। ਆਖੋ ਵਾਹਿਗੁਰੂ। ਉਹਨੂੰ ਕਿਹਾ ਸੀ ਹਜ਼ੂਰ ਸਾਹਿਬ ਵਾਲੇ ਬਾਬਾ ਜੀ ਨੂੰ, ਨਿਧਾਨ ਸਿੰਘ ਨੂੰ, ਮੇਰੇ ਕੋਲ ਪੈਸੇ ਆ ਨਹੀਂ। ਉਹਨੇ ਕਿਹਾ ਤੂੰ ਲੰਗਰ ਚਲਾ, ਆਪੇ ਹੀ ਚੱਲੂ। ਹੱਥ ਤੇਰਾ ਤੇ ਜੇਬ ਮੇਰੀ, ਕੱਢੀ ਜਾਈ ਸ਼ਬਦ ਖੁੱਟ ਬਾਬਾ। ਹੁਣ ਸਰੀਰ ਕਰਕੇ ਤੇ ਜੇਬ ਵਾਲਾ ਨਹੀਂ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਹੈਗਾ, ਸ਼ਬਦ ਉਹਦੀ ਜੇਬ ਆ। ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ, ਖੰਡ ਬ੍ਰਹਿਮੰਡ ਮੈਂ ਸਿੰਘੀ ਮੈਨੇ ਸ਼ਬਦ ਨਾਦ, ਇਹ ਹੀ ਮੇਰਾ ਬਟੂਆ ਹੈ, ਇਹ ਮੇਰਾ ਪਰਸ ਹੈ। ਇਹਦੇ ਵਿੱਚੋਂ ਕੱਢੀ ਚੱਲੋ ਜਿੰਨਾ ਕੱਢਿਆ ਜਾਂਦਾ ਹੈ। ਉੱਥੇ ਭਰੋਸਾ ਨਹੀਂ ਬਣਿਆ। 1-1 ਰੁਪਈਏ ਦੀ ਗੋਲਕ ਵੇਖਣ ਡਿਆ, ਅੱਜ ਗੋਲਕ ਘਟ ਗਈ, ਅੱਜ ਗੋਲਕ। ਰੱਬ ਦੀ ਵੀ ਗੋਲਕ ਘਟਦੀ, ਤੁਹਾਡੀ ਘਟੀ। ਪਤਾ ਲੱਗ ਰਿਹਾ ਜੀ? ਕੋਈ ਚਿੱਥ ਰਿਹਾ ਕਿ ਨਾਰਾਜ਼ ਹੋ ਰਿਹਾ ਮੇਰੇ ਨਾਲ? ਚਿੱਥ ਰਹੇ ਉਹ ਗੱਲ ਨੂੰ? ਇੱਥੇ ਨਾ ਵੀ ਕੋਈ ਰੁਪਈਆ ਚੜਾਵੇ, ਲੰਗਰ ਤਾਂ ਵੀ ਲੱਗਦਾ ਰਹਿਣਾ, ਚੜਾਵੇ ਤਾਂ ਵੀ ਲੱਗਦਾ ਰਹਿਣਾ। ਸਾਹਿਬ ਜੀ ਕਹਿੰਦੇ ਧੰਦੇ 'ਚ ਬੱਧਾ ਹੀ ਇਹ ਸਾਰੇ ਕੰਮ ਕਰਦਾ। ਆਖੋ ਵਾਹਿਗੁਰੂ। ਇਹ ਮਨ ਧੰਦੇ ਬਾਧਾ, ਮਾਇਆ ਮੁੱਠਾ ਸਦਾ ਬਿਲ ਲਾਏ। ਬੋਲੋ। ਮੁੱਠਾ ਦਾ ਅਰਥ ਹੈ ਠੱਗਿਆ। ਇਹ ਮਾਇਆ ਦੇ ਹੱਥੋਂ ਠੱਗੀ ਜੀਵ ਆਤਮਾ ਸਦਾ ਹੀ ਰੋਂਦੀ ਰਹਿੰਦੀ। ਮਾਇਆ ਮਨੋਂ ਨਾ ਵਿਸਰੇ। ਜਾਂ ਤਾਂ ਉਹ ਵੀ ਇੱਕ ਵਾਰ ਮੰਗ ਲਈ ਆ, ਤੇ ਹੁਣ ਨਹੀਂ ਮੈਂ ਮੰਗਣਾ ਜੀ, ਜਿੰਨੀ ਕੁ ਮੈਨੂੰ ਚਾਹੀਦੀ ਉਨੀ ਮੈਨੂੰ ਮਿਲ ਗਈ। ਮਾਇਆ ਮੁੱਠਾ ਸਦਾ ਬਿਲ ਲਾਏ। ਆਖਿਆ ਜੀ ਉਹ ਤੋਂ ਛੁੱਟ ਸਕਦਾ ਹੈ? ਕਹਿੰਦੇ ਇਹ ਮਨ ਛੁੱਟਾ ਛੁੱਟੇ ਜਾਂ ਸਤਿਗੁਰ ਭੇਟੇ। ਇਹ ਮਨ ਛੁੱਟ ਸਕਦਾ ਹੈ ਜਿੱਦਣ ਇਹਨੂੰ ਗੁਰੂ ਮਿਲਿਆ। ਤੇ ਗੁਰੂ ਸਮਝਾਊਗਾ, ਪੁੱਤਰਾ ਵਿਖਿਆ ਕੇ ਧਨ। ਗੁਰੂ ਸਾਨੂੰ ਹੀ ਕਹਿੰਦਾ ਕਿ ਆਪਣੇ ਘਰ ਨੂੰ ਵੀ ਕਹਿੰਦਾ ਹੈ। ਜਿੱਦਣ ਤੋਂ ਹਰਿਮੰਦਰ ਸਾਹਿਬ ਦੀ ਗੋਲਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਨੇ, ਉੱਥੋਂ ਕੁਛ ਸੁੱਖ ਦੀ ਆਵਾਜ਼ ਵੀ ਕਦੀ ਆਈ ਜੇ? ਬੋਲੋ। ਬੋਲਦੇ ਕਿਉਂ ਨਹੀਂ? ਕੋਈ ਨਿਆਂ ਚੰਗਾ ਹੋਇਆ ਹੋਵੇ। ਆ ਕੱਲ੍ਹ ਦਾ ਇੱਕ ਬਚਨ ਕਰਨ ਡਏ ਨੇ ਸਿੰਘ ਸਾਹਿਬ, ਆਖੋ ਵਾਹਿਗੁਰੂ। ਉੱਤੇ ਲਿਖਿਆ ਗੁਰੂ ਗ੍ਰੰਥ ਪ੍ਰਕਾਸ਼ ਦੇ ਬਾਰੇ ਸਿੰਘ ਸਾਹਿਬ ਦੇ ਵਿਚਾਰ। ਆਖੋ ਵਾਹਿਗੁਰੂ। ਉੱਥੇ ਲਿਖਣਾ ਸੀ ਪੰਥ ਪ੍ਰਕਾਸ਼ ਬਾਰੇ, ਉੱਥੇ ਲਿਖਿਆ ਗ੍ਰੰਥ ਪ੍ਰਕਾਸ਼। ਤੇ ਉਹਦੇ ਥੱਲੇ ਲਿਖ ਰਹੇ ਨੇ ਭਾਈ ਸਾਹਿਬ, ਦੱਸ ਰਹੇ ਸਿੰਘ ਸਾਹਿਬ, ਤੇ ਦੱਸਦਿਆਂ ਕਈ ਵਾਰ ਭੁੱਲੇ ਨੇ ਵੀ ਕੋਈ ਬਲਵਾਰ ਆ, ਬੋਲਣਾ ਨਹੀਂ ਸੀ ਚਾਹੁੰਦੇ। ਨਹੀਂ ਪਕੜ ਰਹੇ? ਕੋਈ ਪਿੱਛੇ ਸ਼ਕਤੀ ਬੁਲਾ ਰਹੀ, ਤੇ ਬਾਰ-ਬਾਰ ਗੱਲਾਂ ਕਰਦੇ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਤੇ ਗੱਲਾਂ ਕਰਦਿਆਂ ਕਹਿੰਦੇ 80,000 ਦੀ ਭੀੜ ਇਕੱਠੀ ਹੋ ਗਈ। ਸਿੱਖ ਭੀੜ ਨਹੀਂ ਕਹਿੰਦਾ, ਸੰਗਤ ਨੂੰ। ਕਿੱਥੇ ਉਹ ਗੱਲ? ਇੱਕ ਕੌਮ ਦਾ ਸਰਬਰਾਹ ਬੋਲਣ ਡਿਆ ਵੀ ਉੱਥੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਸੰਚਾਰ ਵਾਲੇ ਦਿਨ 80,000 ਦੀ ਭੀੜ ਇਕੱਠੀ ਹੋ ਗਈ। ਕਮਾਲ ਦੀ ਇਕੱਠ ਨੂੰ ਭੀੜਾਂ ਤੇ ਲੱਗੀਆਂ, ਫਿਰ ਸਟੇਸ਼ਨਾਂ ਤੇ ਵੀ। ਉਹਨੂੰ ਇਕੱਠ ਨਹੀਂ ਆਪਾਂ ਕਹਿੰਦੇ। ਆਖੋ ਵਾਹਿਗੁਰੂ। ਜਿਹੜੇ ਮੌਲ ਵਿੱਚ ਲੋਕ ਹੋਏ ਇਕੱਠੇ, ਉਹਨੂੰ ਆਪਾਂ ਕਹਿੰਦੇ ਅੱਜ ਬੜੀ ਭੀੜ ਸੀ ਮੌਲ 'ਚ, ਉਹਨੂੰ ਇਕੱਠ ਨਹੀਂ ਕਹਿੰਦੇ। ਇਕੱਠ ਸ਼ਬਦ ਤੇ ਗਰੀਬ ਨਵਾਜ਼ ਨੇ ਹੋਏ 71 ਮਿਲੋ ਮੇਰੇ, ਉਹਦੇ ਲਈ ਵਰਤਿਆ ਸੀ ਵੀ ਬੜੀ ਸੰਗਤ ਦਾ ਅੱਜ ਇਕੱਠ ਹੋਇਆ। ਤੇ ਇੱਥੋਂ ਤੱਕ ਵੀ ਦਿਮਾਗ ਕਿਤੇ ਹੋ ਰਿਹਾ, ਕਿਸੇ ਦਾ ਕਹਿਆ ਬੋਲਿਆ ਜਾ ਰਿਹਾ। ਆਖੋ ਵਾਹਿਗੁਰੂ। ਤੇ ਫਿਰ ਉੱਥੇ ਉਹਨਾਂ ਨੇ ਵਿਆਖਿਆ ਕੀਤੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆ ਕਿਹਾ, ਤੇ ਬਾਰ-ਬਾਰ ਉਟਕ ਰਹੀ ਸੀ ਜ਼ੁਬਾਨ, ਜੇ ਕੋਈ ਕਹਿਣਾ ਨਹੀਂ ਸੀ ਚਾਹੁੰਦੇ, ਕੁਹਾਇਆ ਜਾ ਰਿਹਾ। ਫਿਰ ਉਹਨਾਂ ਨੇ ਕਿਹਾ, ਉੱਥੇ ਗੁਰੂ ਸਾਹਿਬ ਨੇ ਕਿਹਾ ਵੀ ਸਿੱਖਾਂ ਨੇ ਬੱਕਰੇ ਝਟਕ ਕੇ ਖਾਣੇ ਨੇ। ਇਹ ਸਿੰਘ ਸਾਹਿਬ ਨੇ ਬੋਲਿਆ, ਜੇ YouTube ਤੇ ਲੱਭੋ ਸੁਣੋ। ਕੋਈ ਖਾਵੇ ਕੋਈ ਨਾ ਖਾਵੇ, ਸਾਡੀ ਇਹ ਲੜਾਈ ਨਹੀਂ। ਆਖੋ ਵਾਹਿਗੁਰੂ। ਉੱਚੀ ਬੋਲੋ। ਮੇਰੀ ਸ਼ਬਦ ਵਿੱਚ ਕੋਈ ਲੜਾਈ ਨਹੀਂ। ਮੇਰਾ ਸ਼ਬਦ ਕਹਿੰਦਾ ਇਹ ਆਪੋ ਆਪਣੀ
ਸੁਰਤਿਆ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ। ਮਗਰ ਇੱਕ ਸਿੰਘ ਸਾਹਿਬ ਤਖਤ ਤੇ ਬਹਿ ਕੇ ਇਹ ਗੱਲ ਕਵੇ ਵੀ ਗੁਰੂ ਸਾਹਿਬ ਨੇ ਕਿਹਾ ਸਿੱਖੋ ਬੱਕਰੇ ਝਟਕਾਉਣੇ ਨੇ, ਬੱਕਰੇ ਖਾਣੇ ਨੇ, ਬਾਰ ਬਾਰ ਅਗਲੀਆਂ ਲੜਾਈਆਂ ਤੇ ਸਾਡੀਆਂ ਮੁੱਕਣ ਨਹੀਂ ਡਈਆਂ। ਹੁਣ ਜਿਹੜੇ ਅਖੰਡ ਕੀਰਤਨੀ ਜਥੇ ਵਾਲੇ ਸਿੱਖਿਆ ਨਾਨਕ ਸਰੀਏ ਨੇ ਦੂਸਰੇ ਤੀਸਰੇ ਬਾਹਰੋਂ ਜਿਹੜੇ ਕਹਿੰਦੇ ਸੀ ਮਾਸ ਨਹੀਂ ਖਾਣਾ ਚਾਹੀਦਾ, ਇੱਕ ਧੜਾ ਫੇਰ ਵੰਡਿਆ ਗਿਆ। ਨਹੀਂ ਪਤਾ ਲੱਗਾ, ਕੌਮ ਦਾ ਇੱਕ ਹਿੱਸਾ ਫਿਰ ਵੰਡਿਆ ਗਿਆ, ਫਿਰ ਟੋਟੇ ਹੋ ਗਏ। ਕਦਮ ਦਰ ਕਦਮ, ਕਦਮ ਦਰ ਕਰਮ। ਜਦੋਂ ਕਿਸੇ ਨਦੀ ਦੇ ਵਿੱਚੋਂ ਇੱਕ ਵਹਿਣ ਛੁੱਟ ਜਾਏ, ਉਸ ਵਹਿਣ ਵਿੱਚੋਂ ਇੱਕ ਹੋਰ ਵਹਿਣ ਨਿਕਲਣੇ ਸ਼ੁਰੂ ਹੋ ਜਾਣ, ਉਹ ਸੁੱਕ ਜਾਂਦੇ ਆ। ਤੇ ਕੱਢ ਦੇਣਾ ਵਹਿਣ ਬੜਾ ਸੌਖਾ, ਮਗਰ ਨਦੀਆਂ ਵਾਹ ਵਿਛੁੰਨਿਆ ਕਿਤੇ ਸੰਜੋਗ ਹੋਣਗੇ, ਕੌਮ ਫੇਰ ਇਕੱਠੀ ਹੋਊਗੀ। ਕੌਣ ਲਿਆਊਗਾ ਇਹਨਾਂ ਨੂੰ ਮੋੜ ਕੇ? ਇਹ ਤੇ ਅੱਗੇ ਹੀ ਵੰਡੇ ਪਏ ਨੇ। ਇੱਕ ਸੱਟ ਹੋਰ ਸਾਡੇ ਕਲੇਜੇ 'ਚ ਮਾਰੀ, ਕਿੰਨੇ ਮਰਵਾਈ ਇਹ ਮੈਨੂੰ ਨਹੀਂ ਪਤਾ। ਮੇਰਾ ਧਰਮ ਆ, ਮੈਂ ਪ੍ਰਚਾਰਕ ਹਾਂ, ਮੈਂ ਸੰਗਤ ਸਾਹਮਣੇ ਉਹ ਗੱਲ ਰੱਖਾਂ ਜਿਹੜੇ ਹਾਲਾਤ ਬਣਦੇ ਜਾ ਰਹੇ। ਮੇਰਾ ਸਾਹਿਬ ਕਹਿੰਦਾ ਇਹ ਮਨ ਸਾਰੇ ਧੰਦਿਆਂ 'ਚੋਂ ਉਦੋਂ ਨਿਕਲੂਗਾ, ਇਹ ਮਨ ਛੁੱਟੇ ਜਾਂ ਸਤਿਗੁਰ ਭੇਟੈ। ਅੱਗੇ ਸ਼ਬਦ ਬੜਾ ਪਿਆਰਾ ਹੈ, ਜਮ ਕਾਲ ਕੀ ਫਿਰ ਆਵੇ ਨਾ ਫੇਟੈ। ਫੇਟੈ ਕੀ ਕਹੋਗੇ? ਉਹ ਬੰਦਾ ਦੋਵਾਂ ਗੱਡੀਆਂ ਦੀ ਫੇਟ 'ਚ ਆ ਗਿਆ, ਨਹੀਂ ਪਤਾ ਲੱਗਾ, ਫੇਟੇ ਫੇਟ ਵੱਜ ਗਈ। ਫਿਰ ਉਹ ਜਮਾਂ ਦੀ ਕਾਲ ਦੀ ਫਾਸੀ 'ਚ ਫੇਟ ਨਹੀਂ ਆਉਂਦਾ ਜਦੋਂ ਇਹਨੂੰ ਗੁਰੂ ਮਿਲਦਾ ਹੈ ਤੇ ਗੁਰੂ ਦੀ ਮੱਤ ਨਾਲ ਚੱਲਦਾ। ਜਮ ਕਾਲ ਕੀ ਫਿਰ ਆਵੇ ਨਾ ਫੇਟੇ, ਇਹ ਮਨ ਛੁੱਟਾ। ਬੋਲੋ ਕਿਤਨਾ ਛੁੱਟ ਗਿਆ? ਗੁਰ ਲਿਆ ਛਡਾਏ, ਗੁਰ ਇਹ ਬੱਧੇ ਨੂੰ, ਇਹ ਮਨ ਧੰਦੇ ਵਾਧਾ ਕਰਮ ਕਮਾਏ। ਬੱਧਾ ਸੀ ਨਾ, ਤੇ ਗੁਰੂ ਨੇ ਕਿਰਪਾ ਕੀਤੀ, ਸਤਿਗੁਰ ਸਿੱਖ ਕੇ ਬੰਧਨ ਕਾਟੇ। ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਾਰੇ ਬੰਧਨ ਤੇ ਛਟਕਾਵੇ। ਪ੍ਰਭੂ ਮਿਲਾਵੇ, ਹਰ ਹਰ ਨਾਮ ਤੇ ਆਵੇ, ਜਪਾਵੇ। ਹੈ ਕੋਈ ਐਸਾ ਹਮਰਾ ਮੀਤ? ਕੋਈ ਮੇਰਾ ਮਿੱਤਰ ਇਸ ਤਰ੍ਹਾਂ ਦਾ ਹੈਗਾ ਜਿਹੜਾ ਮੇਰੇ ਸਾਰੇ ਬੰਧਨ ਕੱਟ ਕੇ ਤੇ ਪਰਮੇਸ਼ਵਰ ਦੇ ਸਿਮਰਨ ਵਿੱਚ ਜੋੜਦੇ? ਉਹ ਆ ਗੁਰੂ। ਇਹ ਤੁਹਾਡਾ ਮਿੱਤਰ ਜੀ ਜਿਹੜਾ ਸਾਰੇ ਬੰਧਨ ਕੱਟ ਕੇ ਤੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਨ ਛੁੱਟਾ ਗੁਰ ਲਿਆ ਛਡਾਏ, ਨਾਨਕ ਮਾਇਆ ਮੋਹ ਜਿੱਥੇ ਬੱਧਾ ਸੀ ਸ਼ਬਦ ਜਲਾਏ। ਇਹ ਮੋਹ ਨੂੰ ਸ਼ਬਦ ਦਾ ਜਾਪ ਅੱਗ ਲਾ ਕੇ ਸਾੜ ਦਿੰਦਾ ਹੈ ਅੰਦਰੋਂ। ਸ਼ਬਦ ਦਾ ਜਿਹੜਾ ਜਾਪ ਆ ਨਾ, ਇਹ ਅੱਗ ਲਾ ਕੇ ਮੋਹ ਮਾਇਆ ਦੀ ਅੱਗ, ਜਿਹੜਾ ਮੋਹ ਆ ਨਾ ਸਾਡੇ ਅੰਦਰ ਜਮਾ ਹੋਈ ਸਮੱਗਰੀ, ਇਹਨੂੰ ਨਸ ਵੰਜੋ ਕਿਲ ਵਿਖੋ ਦੂਤੇ। ਇਹ ਜਿਹੜੀ ਵਿਚਾਰ ਆ ਇਹਨੂੰ ਦਹਿਨ ਅੱਗ ਲਾਤੀ। ਗੋਬਿੰਦ ਪ੍ਰਗਟਾਇਆ, ਮੋਹ ਪਰੇ ਹੋਇਆ, ਮਾਇਆ ਪਰੇ ਹੋਈ ਤੇ ਗੋਬਿੰਦ ਅੱਗੇ ਖਲੋਤਾ ਸੀ। ਇਹ ਮਾਇਆ ਦੇ ਪ੍ਰਭਾਵ ਨੇ ਰੱਬ ਤੋਂ ਜੀਵ ਨੂੰ ਦੂਰ ਕੀਤਾ ਹੈ। ਮੇਰੇ ਕਹਿਣ ਨਾਲ ਅਸਰ ਤਾਂ ਨਹੀਂ ਪੈਣਾ, ਮੈਂ ਤੁਹਾਨੂੰ ਬਾਰ-ਬਾਰ ਸੱਚ ਦੱਸ ਦੇਵਾਂ, ਮੈਂ ਵੀ ਨਹੀਂ ਛੁੱਟਾ। ਜਿੱਦਣ ਕਿਤੇ ਗੁਰੂ ਨਾਨਕ ਇਸ ਤਰ੍ਹਾਂ ਬਾਣੀ ਪੜ੍ਹੀ ਵੀ ਮੈਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਇਹ ਤੇ ਡੱਬਾ ਹੈ। ਆਓ ਵੇਖੋ ਸਾਹਮਣੇ ਇੱਕ ਡੱਬਾ ਟੰਗਿਆ ਨਾ, ਜਿਹਦੇ ਵਿੱਚ ਆਵਾਜ਼ ਆ ਰਹੀ, ਵੇਖਿਆ ਜੇ? ਆ ਡੱਬੇ ਕੀ ਕਹਿੰਦੇ ਉਹਨਾਂ ਨੂੰ? ਸਪੀਕਰ। ਉਹ ਟੰਗੇ, ਜੋ ਉਹਦੇ ਵਿੱਚ ਆਵਾਜ਼ ਆ ਰਹੀ ਹੈ ਉਹ ਬੋਲ ਰਿਹਾ। ਬੋਲੋ ਨਾ, ਉਹਦੇ ਵਿੱਚ ਆਵਾਜ਼ ਮੇਰੀ ਆ ਰਹੀ ਤੇ ਇਸ ਡੱਬੇ ਦੇ ਆਵਾਜ਼ ਉਹਦੀ ਆ ਰਹੀ, ਜਿਹੜਾ ਵਿੱਚ ਬੋਲਦਾ ਹੈ ਸਾਰਿਆਂ ਦੇ। ਤੁਸੀਂ ਮੈਨੂੰ ਵੀ ਛੱਡੋ, ਉਸ ਡੱਬੇ ਨੂੰ ਵੀ ਛੱਡੋ, ਸਿੱਧੇ ਉੱਥੇ ਚੱਲ ਜਾਓ ਵੀ ਅੱਜ ਮੈਂ ਖਸਮ ਦੀ ਗੱਲ ਸੁਣ ਕੇ ਆਇਆ। ਮੇਰਾ ਗੁਰੂ ਕਹਿੰਦਾ ਸੀ ਇਸ ਮਨ ਨੂੰ ਮਾਇਆ ਦੇ ਮੁੱਠੇ ਹੋਏ ਨੂੰ ਛਡਾ ਸਕਦਾ ਹੈ ਗੁਰੂ। ਕਿਹਦੇ ਰਾਹੀਂ? ਸ਼ਬਦ ਰਾਹੀਂ। ਜੇ ਕੋਈ ਇੱਕ ਦਰਵਾਜ਼ਾ ਹੈ, ਉਹਨੂੰ ਤਾਲਾ ਲੱਗਾ ਹੈ ਤੇ ਖੋਲ੍ਹਦੀ ਕੀ ਹੈ? ਚਾਬੀ। ਗੁਰੂ ਦਾ ਸ਼ਬਦ ਕੀ ਹੈ? ਬਸ ਇਹ ਚਾਬੀ ਨੂੰ ਫੜ ਲਓ ਹੱਥ ਵਿੱਚ, ਦਰਵਾਜ਼ੇ ਖੁੱਲ੍ਹਣਗੇ। ਭੁੱਲਾਂ ਨਾ ਚਿਤਾਰਿਓ। ਰਾਤ ਦੇ ਦੀਵਾਨ 'ਚ 19 ਸੈਕਟਰ ਫੇਰ ਆਓ, ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।